सतनाम। वाहिगुरु साहिब जी, तू समरथ वड्डा, मेरी मत थोरी राम। पालै अकिरत कना, पूरन दृष्ट तेरी राम। नाहो जति सती नहीं पढ़िया, मूर्ख मुगदा जन्म पया। प्रणवत नानक तिनकी शरणा, जिन तो नाही विसरिया। प्रणवत नानक तिनकी शरणा, जिन तो नाही विसरिया। जुगों जुग अटल सतगुरु धन श्री गुरु ग्रंथ साहिब जी महाराज, सतगुरु जी की पावन हजूरी अंदर सजे हुए हफ्तावारी दीवान की हाजरी पर रहे सत्संगी जनों, गुरु चरणा च जुड़ बैठ आप जी ने अमृत गुरबाणी का कीर्तन सरवण किया है। आओ हफ्तावारी दीवाना विच चल रही सिख रहत मर्यादा की लड़ीवार विचार के नाल सांझ पाईए। समूह संगत गुर फतेह प्रवान करो। वाहिगुरु जी का खालसा, वाहिगुरु जी की फतेह। सिख रहत मर्यादा की लड़ीवार विचार करदियां होया अज आपां साध संगत विच जुड़ के गुरबाणी का अभ्यास सरलेख दे हेठ जिहड़ा इहदा तीजा अध्याय है हुक्म लैना, उहदी विचार करनी है। सो इस दे विच सब तो पहला नंबर एक जिहड़ा ऊड़ा नंबर भाव पहला नंबर श्री गुरु ग्रंथ साहिब जी दे अगे मत्था टेकना, गुरु रूप संगत दे अदब नाल दर्शन करने ते आवाजा लैना जां सुनना सतगुरु दे दर्शन हन। वाक लैन तो बिना श्री गुरु ग्रंथ साहिब जी दा रुमाला चुक के दर्शन करने जां करवाने मनमत है। मुढ़ली गल है कि सिख गुरु साहिब दे चरणा विच आया है, गुरु दा दर्शन दीदार करदा है ते इस सरलेख हुक्म लैना सरलेख दे हेठ सब तो पहला गुरु पातशाह दे दर्शन सिद्धांत दी व्याख्या की गई है कि गुरु पातशाह का जिहड़ा दर्शन करना है वो किवें है। ते गुरु ग्रंथ साहिब दे चरणा विच आके सिख ने अदब सहित मत्था टेकना है ते
ਸਹਿਜ ਨਾਲ ਸੰਗਤ ਨੂੰ ਗੁਰਫਤਿਹ ਬੁਲਾਉਣੀ ਹੈ। ਗੁਰਦੁਆਰੇ ਦੇ ਸਰਲੇਖ ਹੇਠ ਆਪਾਂ ਪਿੱਛੇ ਵੀ ਵਿਚਾਰ ਕੇ ਆਏ ਹਾਂ। ਜਦੋਂ ਗੁਰਦੁਆਰਾ ਹੈਡਿੰਗ ਵਿਚਾਰਿਆ ਸੀ, ਉਹਦੇ 19 ਨੰਬਰ ਨੇ, ਤੇ ਉਹਨਾਂ ਦੇ ਵਿੱਚ ਜਿਹੜਾ ਸ਼ਿਸ਼ਾ ਨੰਬਰ ਹੈ ਉੱਥੇ ਬਕਾਇਦਾ ਲਿਖਿਆ ਕਿ ਸਿੱਖ ਦਾ ਪਹਿਲਾ ਕਰਮ ਹੈ ਕਿ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ, ਤੇ ਉਸ ਤੋਂ ਬਾਅਦ ਵਿੱਚ ਸਾਧ ਸੰਗਤ ਨੂੰ ਅਦਬ ਸਹਿਤ ਸਹਿਜ ਨਾਲ ਫਤਿਹ ਬੁਲਾ ਕੇ ਸੰਗਤ ਵਿੱਚ ਬੈਠ ਜਾਣਾ। ਸਹਿਜ ਨਾਲ ਫਤਿਹ ਦਾ ਭਾਵ ਇਹ ਕਿ ਦੀਵਾਨ ਚੱਲ ਰਿਹਾ ਹੈ ਤੇ ਬਹੁਤ ਸਹਿਜ ਨਾਲ ਕਿ ਦੀਵਾਨ ਦੀ ਇੱਕ ਸੁਰਤਾ ਭੰਗ ਨਾ ਹੋਵੇ, ਤੇ ਇਸ ਤਰ੍ਹਾਂ ਗੁਰੂ ਚਰਨਾਂ ਵਿੱਚ ਬੈਠਣਾ ਹੈ। ਅੱਜ ਦਰਸ਼ਨ ਸਿਧਾਂਤ ਦੀ ਸਿੱਖ ਰਹਿਤ ਮਰਿਆਦਾ ਦੇ ਵਿੱਚ ਵਿਚਾਰ ਕਰਦੇ ਹਾਂ। ਗੁਰੂ ਸਾਹਿਬ ਆਖਦੇ ਨੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣਾ, ਵਾਹਿਗੁਰੂ ਸਿੱਖ ਰਹਿਤ ਮਰਿਆਦਾ ਦੇ ਵਿੱਚ ਜੋ ਵੀ ਸਿੱਖ ਵਿਦਵਾਨਾਂ ਨੇ ਅੰਕਿਤ ਕੀਤਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕਣਾ ਗੁਰੂ ਰੂਪ ਸੰਗਤ ਦੇ ਅਦਬ ਨਾਲ ਦਰਸ਼ਨ ਕਰਨੇ ਤੇ ਆਵਾਜ਼ਾਂ ਲੈਣਾ ਜਾਂ ਸੁਣਨਾ ਸਤਿਗੁਰੂ ਦੇ ਦਰਸ਼ਨ ਹਨ। ਭਾਵ ਸਤਿਗੁਰੂ ਦੇ ਦਰਸ਼ਨ ਕਰਨ ਦਾ ਇਹ ਭਾਵ ਹੈ ਕਿ ਆ ਕੇ ਮੱਥਾ ਟੇਕ ਕੇ ਸਿੱਖ ਜਿਹੜਾ ਉਹ ਗੁਰੂ ਸਾਹਿਬ ਦਾ ਇੱਕ ਮੁੱਖ ਵਾਕ ਪੜ੍ਹੇ, ਆਵਾਜ਼ਾਂ ਲੈਣਾ ਜਾਂ ਸੁਣਨਾ, ਜਾਂ ਇੱਕ ਜਿਹਨੂੰ ਆਪਾਂ ਮੁੱਖ ਵਾਕ ਵੀ ਅੱਖਰ ਵਰਤ ਲੈਂਦੇ ਆ, ਹੁਕਮਨਾਮਾ ਵੀ ਆਖਦੇ ਆ, ਹੁਕਮਨਾਮਾ ਲੈਣਾ। ਤੇ ਸਿੱਖ ਦੇ ਵਾਸਤੇ ਇਹ ਹੈ ਕਿ ਜਾਂ ਤੇ ਜਦੋਂ ਇਹ ਹੁਕਮਨਾਮੇ ਵਾਲਾ ਸ਼ਬਦ ਪੜ੍ਹਿਆ ਜਾਂਦਾ ਹੈ ਤੇ ਆਪਾਂ ਕੁਝ ਉਸ ਨੂੰ ਉਚਾਰਨ ਕਰਨ ਲੱਗਿਆ ਆਵਾਜ਼ੇ ਰੂਪ ਦੇ ਵਿੱਚ ਲੈਂਦੇ ਆ, ਜਿਵੇਂ ਆਪਾਂ ਮੁੱਖ ਵਾਕ ਹੁਕਮਨਾਮਾ ਲੈਂਦੇ ਆ। ਇਸ ਕਰਕੇ ਅੰਕਿਤ ਕੀਤਾ ਹੈ ਕਿ ਆਵਾਜ਼ਾਂ ਲੈਣਾ ਜਾਂ ਸੁਣਨਾ ਸਤਿਗੁਰੂ ਦੇ ਦਰਸ਼ਨ ਹਨ। ਸਤਿਗੁਰੂ ਦੇ ਦਰਸ਼ਨ ਜਿਹੜੇ ਨੇ ਉਹ ਹੁਕਮਨਾਮਾ ਲੈਣਾ ਔਰ ਹੁਕਮਨਾਮਾ ਸੁਣਨਾ ਹੈ, ਕਿਉਂਕਿ ਇੱਥੇ ਤੇ ਗੁਰੂ ਸਾਹਿਬ ਦੀ ਪਾਵਨ ਬਾਣੀ ਦਾ ਸਿਧਾਂਤ ਇਹ ਹੈ ਕਿ ਇਕੱਲਾ ਰਮਾਲੇ ਹੇਠ ਹੀ ਗੁਰੂ ਸਾਹਿਬ ਨੂੰ ਦੇਖ ਲੈਣਾ ਗੁਰੂ ਦੇ ਮੁਕੰਮਲ ਦਰਸ਼ਨ ਨਹੀਂ ਨੇ। ਇਸ ਤਰ੍ਹਾਂ ਬਾਹਰੀ ਤੌਰ ਤੇ ਜਿਹੜਾ ਦੇਖਣਾ ਹੈ ਉਹ ਤੇ ਗੁਰੂ ਸਾਹਿਬ ਆਖਦੇ ਨੇ ਸਤਿਗੁਰ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ ਡਿਠੈ ਮੁਕਤ ਨਾ ਹੋਵੇ, ਜਿਤਰ ਸ਼ਬਦ ਨਾ ਕਰੇ ਵਿਚਾਰ। ਕੱਲਿਆਂ ਡਿਠਣ ਨਾਲ ਵੇਖਣ ਨਾਲ ਮੁਕਤੀ ਨਹੀਂ, ਇੱਥੇ ਤੇ ਸ਼ਬਦ ਨੂੰ ਪੜ੍ਹਨਾ, ਸ਼ਬਦ ਨੂੰ ਸੁਣਨਾ, ਉਹਦੀ ਵਿਚਾਰ ਕਰਕੇ ਜੀਵਨ ਵਿੱਚ ਲਿਆਉਣ ਦੇ ਨਾਲ ਗੁਰੂ ਕੀ ਸਿੱਖਿਆ ਜਿਹੜੀ ਹੈ ਉਹ ਜੀਵਨ ਦੇ ਵਿੱਚ ਤਬਦੀਲੀ ਪੈਦਾ ਕਰੇਗੀ। ਪਰ ਬਾਦਸ਼ਾਹੀ ਤੌਰ ਤਰੀਕਿਆਂ ਦੇ ਨਾਲ ਝਾਤ ਪਾਉਣੀ, ਝਰੋਖਾ ਦਰਸ਼ਨ ਜਿਹੜਾ ਇਹ ਗੁਰਮਤ ਦੇ ਵਿੱਚ ਮਨਾ ਕੀਤਾ ਗਿਆ। ਔਰ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਇਤਿਹਾਸ ਪੁਸਤਕ ਦੇ ਹਵਾਲੇ ਦੇ ਨਾਲ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਹੋਣਾ ਸਿੱਖ ਰਹਿਤ ਮਰਿਆਦਾ ਦਰਪਣ ਦੇ ਵਿੱਚ ਬਕਾਇਦਾ ਲਿਖਿਆ ਹੈ ਕਿ ਪਹਿਲਾਂ ਪੁਜਾਰੀ ਦਰਬਾਰ ਸਾਹਿਬ ਵੀ ਰਮਾਲਾ ਚੁੱਕ ਕੇ ਦਰਸ਼ਨ ਕਰਾਉਣ ਵਾਲਾ ਭਰਮ ਪਾਲਿਆ ਕਰਦੇ ਸਨ, ਤੇ ਉਸ ਸਮੇਂ ਗਿਆਨੀ ਅਸ਼ਰ ਸਿੰਘ ਜੀ ਹੈਡ ਗ੍ਰੰਥੀ ਦਰਬਾਰ ਸਾਹਿਬ, ਉਹਨਾਂ ਨੇ ਗੁਰਮਤ ਅਨੁਸਾਰ ਇਸ ਦਾ ਖੰਡਨ ਕਰਕੇ ਇਸ ਰੀਤ ਨੂੰ ਬੰਦ ਕਰਵਾਇਆ। ਤੇ ਬਹੁਤੀ ਵਾਰੀ ਆਪਾਂ ਵੀ ਦੇਖਦੇ ਹਾਂ ਕਈ ਪ੍ਰੇਮੀਆਂ ਦਾ ਵਿਚਾਰ ਹੁੰਦਾ ਹੈ ਕਿ ਗੁਰੂ ਮਹਾਰਾਜ ਦਾ ਰਮਾਲਾ ਚੁੱਕ ਕੇ ਦਰਸ਼ਨ ਕਰਾ ਦਿਓ। ਇਹ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਨੇ। ਗੁਰੂ ਸਾਹਿਬ ਦੇ ਦਰਸ਼ਨ ਨੇ ਹੁਕਮਨਾਮਾ ਭਾਵ ਵੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਇੱਕ ਸ਼ਬਦ ਪੜ੍ਹਨਾ ਜਾਂ ਸੁਣਨਾ, ਇਹ ਗੁਰੂ ਸਾਹਿਬ ਦੇ ਦਰਸ਼ਨ ਹਨ। ਤੇ ਅੱਗੇ ਬਕਾਇਦਾ ਸਪਸ਼ਟ ਲਿਖਿਆ ਕਿ ਵਾਕ ਲੈਣ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰਮਾਲਾ ਚੁੱਕ ਕੇ
ਦਰਸ਼ਨ ਕਰਨਾ ਜਾਂ ਕਰਵਾਉਣਾ ਮਨਮਤ ਹੈ। ਭਾਵ ਕਿ ਹੁਕਮਨਾਮਾ ਲੈਣ ਤੋਂ ਬਿਨਾਂ ਕੱਲਾ ਹੀ ਰੁਮਾਲਾ ਉੱਪਰ ਚੁੱਕ ਕੇ ਦਰਸ਼ਨ ਆਪ ਕਰਨੇ ਜਾਂ ਦੂਜੇ ਨੂੰ ਕਹਿਣਾ ਵੀ ਕਰਾਓ, ਤੇ ਕਰਾਉਣ ਵਾਲਾ ਕਰਨ ਵਾਲਾ ਦੋਵੇਂ ਮਨਮਤ ਕਰ ਰਹੇ ਨੇ। ਭਾਵ ਗੁਰੂ ਸਾਹਿਬ ਦਾ ਦਰਸ਼ਨ ਜਿਹੜਾ ਉਹ ਹੁਕਮਨਾਮੇ ਰੂਪ ਦੇ ਵਿੱਚ ਆਵਾਜ਼ਾਂ ਲੈ ਕੇ ਜਾਂ ਸੁਣ ਕੇ ਮੁਕੰਮਲ ਕੀਤਾ ਜਾਂਦਾ ਹੈ। ਨੰਬਰ 2 ਐੜਾ ਸੰਗਤ ਵਿੱਚ ਇੱਕ ਵਕਤ ਇੱਕੋ ਗੱਲ ਹੋਣੀ ਚਾਹੀਏ। ਕੀਰਤਨ ਜਾਂ ਕਥਾ, ਵਖਿਆਨ ਜਾਂ ਪਾਠ। ਸੰਗਤ ਦੀ ਮਰਿਆਦਾ ਇਹ ਹੈ ਕਿ ਇੱਥੇ ਇੱਕੋ ਸਮੇਂ ਇੱਕੋ ਗੱਲ ਹੋਣੀ ਚਾਹੀਦੀ ਹੈ। ਜੇ ਕੀਰਤਨ ਹੋ ਰਿਹਾ ਤੇ ਨਾਲ ਕਥਾ ਨਹੀਂ ਹੋ ਸਕਦੀ, ਜੇ ਕਥਾ ਹੋ ਰਹੀ ਹੈ ਤੇ ਨਾਲ ਕੀਰਤਨ ਵਖਿਆਨ ਨਹੀਂ ਹੋ ਸਕਦਾ, ਔਰ ਇਹ ਵੀ ਕਿ ਜੇ ਪਾਠ ਹੋ ਰਿਹਾ ਹੈ ਤੇ ਨਾਲ ਕਥਾ ਨਹੀਂ ਹੋ ਸਕਦੀ। ਇੱਕ ਮਰਿਆਦਾ ਦੀ ਗੱਲ ਹੈ ਕਿ ਇੱਥੇ ਇੱਕੋ ਸਮੇਂ ਇੱਕੋ ਗੱਲ ਹੋਣੀ ਚਾਹੀਏ, ਕੀਰਤਨ ਜਾਂ ਕਥਾ, ਪਾਠ ਜਾਂ ਵਖਿਆਨ। ਆਮ ਕਰਕੇ ਇਵੇਂ ਹੁੰਦਾ ਹੈ ਕਿ ਕੀਰਤਨ ਹੁੰਦਿਆਂ ਹੋਇਆਂ ਕਥਾ ਤਾਂ ਨਹੀਂ ਹੁੰਦੀ, ਪਰ ਪਾਠ ਹੁੰਦਿਆਂ ਹੋਇਆਂ ਬਹੁਤੀ ਵਾਰੀ ਨਾਲ ਕੀਰਤਨ ਦਾ ਦੀਵਾਨ ਵੀ ਲੱਗ ਜਾਂਦਾ ਹੈ। ਜਦੋਂ ਕਿ ਇੱਥੇ ਰਹਿਤ ਮਰਿਆਦਾ ਵਿੱਚ ਸਪਸ਼ਟ ਲਿਖਿਆ ਵੀ ਇੱਕੋ ਸਮੇਂ ਗੁਰੂ ਹਜ਼ੂਰੀ ਵਿੱਚ ਇੱਕੋ ਹੀ ਗੱਲ ਹੋ ਸਕਦੀ ਹੈ। ਤੇ ਆਮ ਕਰਕੇ ਪਹਿਲਾਂ ਐਵੇਂ ਚੱਲਦਾ ਰਿਹਾ, ਜਿਵੇਂ ਜਾਗਰਤੀ ਆਈ ਹੈ ਤੇ ਆਪਾਂ ਗੁਰਦੁਆਰਿਆਂ ਵਿੱਚ ਵੇਖਦੇ ਹਾਂ ਕਿ ਗੁਰਪੁਰਬਾਂ ਦਾ ਜਿਹੜਾ ਅਖੰਡ ਪਾਠ ਸਾਹਿਬ ਰੱਖਣਾ ਹੁੰਦਾ ਹੈ ਤੇ ਕੁਦਰਤੀ ਗੱਲ ਹੈ ਕਿ ਸ਼ੁੱਕਰਵਾਰ ਨੂੰ ਹੀ ਰੱਖਣਾ ਹੁੰਦਾ ਵੀਕਐਂਡ ਤੇ ਦੀਵਾਨ ਵੀ ਵੀਕਐਂਡ ਦੇ ਹੀ ਨੇ। ਤੇ ਜੇ ਪਾਠ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਜਿਹੜਾ ਮੁੱਖ ਦਰਬਾਰ ਦਾ ਸਥਾਨ ਹੈ ਉੱਥੇ ਆਰੰਭ ਕਰੀਏ ਤੇ ਫਿਰ ਜਿੰਨਾ ਚਿਰ ਪਾਠ ਦਾ ਭੋਗ ਨਹੀਂ ਪੈਂਦਾ ਉਹਨਾਂ ਚਿਰ ਆਪਾਂ ਦੀਵਾਨ ਨਹੀਂ ਲਗਾ ਸਕਦੇ। ਮਰਿਆਦਾ ਦੀ ਬਾਤ ਹੈ। ਪਰ ਆਮ ਕਰਕੇ ਫਿਰ ਹੁਣ ਇਹਦਾ ਹੱਲ ਕੱਢਿਆ ਗਿਆ ਕਿ ਆਮ ਗੁਰਦੁਆਰਿਆਂ ਵਿੱਚ ਵੇਖੋ ਵੇਖੀ ਇੱਕ ਕਮਰਾ ਪਾਠ ਵਾਸਤੇ ਬਣਾਇਆ ਗਿਆ ਵੀ ਜਿੱਥੇ ਅਖੰਡ ਪਾਠ ਸਾਹਿਬ ਚੱਲਦਾ ਹੈ ਉਹ ਕਮਰੇ ਦੇ ਵਿੱਚ ਇੱਕ ਪਾਸੇ ਚੱਲਦਾ ਰਹੇ ਤੇ ਦੀਵਾਨ ਦੇ ਵਿੱਚ ਮੁੱਖ ਦਰਬਾਰ ਦੇ ਵਿੱਚ ਦੀਵਾਨ ਲੱਗ ਸਕੇ। ਕਿਉਂਕਿ ਸਮਾਂ ਸਾਡੇ ਕੋਲ ਇੰਨਾ ਕੀ ਹੁੰਦਾ ਵੀ ਵੀਕਐਂਡ ਦੇ 1-2 ਹੀ ਦੀਵਾਨ ਹੁੰਦੇ ਨੇ। ਇਸ ਕਰਕੇ ਕਮਰੇ ਦੇ ਵਿੱਚ ਇੱਕ ਪਾਸੇ ਪਾਠ ਰੱਖ ਕੇ ਉਹਦਾ ਦਰਵਾਜ਼ਾ ਬੰਦ ਕੀਤਾ ਹੋਇਆ, ਪਾਠੀ ਸਿੰਘ ਨੂੰ ਕੋਈ ਮੁਸ਼ਕਲ ਨਹੀਂ ਹੈ, ਉਹ ਆਪਣਾ ਪਾਠ ਕਰ ਸਕਦਾ ਹੈ। ਇਹ ਤਾਂ ਗੁਰਦੁਆਰਿਆਂ ਵਿੱਚ ਕਮਰੇ ਬਣਾਉਣ ਵਾਲੀ ਗੱਲ ਸ਼ੁਰੂ ਹੋਈ ਹੈ ਕਿ ਜਦੋਂ ਮੁੱਖ ਦਰਬਾਰ ਸਾਹਿਬ ਦੇ ਪਾਲਕੀ ਸਾਹਿਬ ਦੇ ਸਥਾਨ ਤੇ ਪਾਠ ਤੇ ਨਾਲ ਕੀਰਤਨ ਜਾਂ ਕਥਾ ਹੁੰਦਿਆਂ ਪਾਠ ਵਾਲੇ ਦਾ ਧਿਆਨ ਪਾਠ ਵਿੱਚ ਨਹੀਂ ਲੱਗੇਗਾ ਔਰ ਕਥਾ ਕੀਰਤਨ ਦੀਵਾਨ ਜਿਹੜਾ ਇੱਕ ਮਰਿਆਦਾ ਭੰਗ ਕਰਨ ਵਾਲੀ ਬਾਤ ਸੀ। ਤਾਂ ਕਰਕੇ ਇਹ ਜਿਹੜਾ ਹੱਲ ਹੈ ਉਹ ਕੱਢਿਆ ਗਿਆ ਜਿਵੇਂ ਵੀ, ਕਿਉਂਕਿ ਕੁਝ ਗੱਲਾਂ ਐਸੀਆਂ ਨੇ ਜਿਨ੍ਹਾਂ ਨੂੰ ਸਮੇਂ ਸਥਿਤੀ ਦੇ ਨਾਲ ਹੱਲ ਕਰਨਾ ਪੈਂਦਾ ਔਰ ਸੰਗਤ ਨੂੰ ਨਾਲ ਲੈ ਕੇ ਚੱਲਣਾ ਪੈਂਦਾ ਔਰ ਉਹ ਵੀ ਸਿਰਫ ਉਥੋਂ ਤੱਕ ਵੀ ਕੋਈ ਹੱਦ ਹੈ ਵੀ ਜਿੱਥੇ ਗੁਰਮਤਿ ਸਿਧਾਂਤ ਬਿਲਕੁਲ ਖੰਡਨ ਨਹੀਂ ਹੁੰਦਾ ਉੱਥੇ ਸੰਗਤ ਰਹਿ ਦੀ ਗੱਲ ਹੋ ਸਕਦੀ ਹੈ। ਜਿਹੜਾ ਬਿਲਕੁਲ ਸਿਧਾਂਤ ਖੰਡਨ ਹੋਵੇ ਉਹ ਗੱਲ ਨਹੀਂ ਆਪਾਂ ਕਰ ਸਕਦੇ। ਖੈਰ ਇਸ ਕਰਕੇ ਆਮ ਗੁਰਦੁਆਰਿਆਂ ਵਿੱਚ ਕਮਰੇ ਬਣੇ ਕਿ ਜਿੱਥੇ ਅਖੰਡ ਪਾਠ ਸਾਹਿਬ ਆਰੰਭ ਹੋਣਾ ਉਹ ਕਮਰੇ ਵਿੱਚ ਹੁੰਦਾ ਰਹੇ ਤੇ ਗੁਰਦੁਆਰੇ ਦਾ ਦੀਵਾਨ ਵੀ ਚੱਲਦਾ ਰਹੇ। ਪਰ ਇਸ ਤੋਂ ਬਿਨਾਂ ਆਮ ਕਰਕੇ ਵੇਖਿਆ ਗਿਆ ਕਿ ਅਖੰਡ ਪਾਠ ਸਾਹਿਬ ਜਿੱਥੇ ਚੱਲ ਰਿਹਾ ਨਾ, ਸ਼ਾਮ ਦੇ ਸਮੇਂ ਉੱਥੇ ਰਹਿਰਾਸ ਸਾਹਿਬ ਦਾ ਪਾਠ ਸਪੀਕਰ ਲਾ ਕੇ ਜਾਂ ਉਸ ਤਰ੍ਹਾਂ ਕਰਨਾ ਸ਼ੁਰੂ ਕਰ ਦੇਣਾ ਕਿ ਪਾਠ ਹੁਣ ਚੁੱਪ ਕਰਕੇ ਪਾਠੀ ਸਿੰਘ ਜਿਹੜਾ ਹੈ ਉਹ ਗੁਪਤ ਪਾਠ ਕਰੇ। ਉੱਥੇ ਰਹਿਰਾਸ ਸਾਹਿਬ ਦਾ ਪਾਠ ਹੋਵੇ, ਉੱਥੇ ਆਰਤੀ ਹੋਵੇ ਸ਼ਾਮ ਦੇ ਸਮੇਂ, ਉੱਥੇ ਸਵੇਰੇ ਆਸਾ ਦੀ ਵਾਰ ਵੀ ਲੱਗਣੀ ਸ਼ੁਰੂ ਕਰਨ ਵਾਲਾ ਜਿਹੜਾ ਰਿਵਾਜ ਬਣਾਇਆ ਗਿਆ। ਬੇਨਤੀ ਕਰਾਂ ਇਹ ਸਾਰੀਆਂ ਮਰਿਆਦਾ ਉਹ ਲੋਕ ਤੋੜਦੇ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਵੀ ਇਹ ਵੱਡੀ ਮਰਿਆਦਾ ਨਾਲ ਪਾਠ ਕਰਦੇ ਆ। ਇੱਕ ਤੇ ਅਖੰਡ ਪਾਠ ਕਰਦੇ ਨੇ,
ਤੇ ਦੂਸਰਾ ਉਹ ਨੇ ਵੀ ਜਿਹੜੇ ਨਾਲ ਆਸਾ ਦੀ ਵਾਰ, ਆਰਤੀ ਤੇ ਹੋਰ ਪਾਠ ਚੱਲਦੇ ਦੇ ਵਿੱਚ 2 ਦਿਨਾਂ 'ਚ ਸਾਰਾ ਕੁਝ ਕਰ ਦਿੰਦੇ ਨੇ, ਤੇ ਅਸੀਂ ਉਹਨਾਂ ਨੂੰ ਵੱਡੀ ਮਰਿਆਦਾ ਵਾਲਾ ਪਾਠ ਸਮਝਦੇ ਹਾਂ। ਤੋ ਵੱਡੀ ਮਰਿਆਦਾ ਵਾਲੇ ਪਾਠ ਦਾ ਮੈਂ ਅਕਸਰ ਬੇਨਤੀ ਕਰਦਾ ਹੁੰਦਾ ਕਿ ਰਹਿਤ ਮਰਿਆਦਾ ਦੇ ਮੁਤਾਬਕ ਅਖੰਡ ਪਾਠ ਸਾਹਿਬ ਦੀ ਸੇਵਾ 500-700 ਹੁੰਦੀ ਹੈ, ਪਰ ਜਿਹੜਾ ਵੱਡੀ ਮਰਿਆਦਾ ਵਾਲਾ ਉਹਦੀ 5000 ਹੁੰਦੀ ਹੈ। ਬਸ ਆਹ ਤਰੀਕਾ ਹੁੰਦਾ ਹੈ ਕਿ ਜਿਹੜੀ ਸਾਡੀ ਮਰਿਆਦਾ ਹੈ ਨਾ, ਉਹ ਆਮ ਮਰਿਆਦਾ ਨਾਲੋਂ ਵੱਡੀ ਹੈ। ਤੇ ਜਿੱਥੇ ਕਿਤੇ ਅਖੰਡ ਪਾਠ ਸਾਹਿਬ ਸਾਡੇ ਗ੍ਰਹਿ ਵਿਖੇ ਆਰੰਭ ਹੋਇਆ ਹੈ, ਕੋਈ ਵੀ ਜਥਾ, ਕੋਈ ਵੀ ਪਾਠੀ ਸਿੰਘ, ਗ੍ਰੰਥੀ, ਪ੍ਰਚਾਰਕ ਜੋ ਵੀ ਹੈ, ਅਖੰਡ ਪਾਠ ਸਾਹਿਬ ਚੱਲਦਿਆਂ ਹੋਇਆਂ ਬਿਲਕੁਲ ਅਖੰਡ ਪਾਠ ਸਾਹਿਬ ਨੂੰ ਗੁਪਤ ਪੜ੍ਹਨਾ ਕਰਕੇ ਤੇ ਨੇੜੇ ਹੀ ਰਾਗੀ ਜਥਾ ਬੈਠ ਕੇ ਆਰਤੀ ਕਰੇ, ਕੀਰਤਨ ਕਰੇ ਜਾਂ ਸਵੇਰੇ ਆਸਾ ਦੀ ਵਾਰ ਕਰੇ, ਇਹ ਬਿਲਕੁਲ ਮਰਿਆਦਾ ਨਹੀਂ ਹੈ। ਔਰ ਜਿੱਥੇ ਕਿਤੇ ਐਸਾ ਮਰਿਆਦਾ ਦਾ ਖੰਡਨ ਹੁੰਦਾ, ਸਾਨੂੰ ਧਿਆਨ ਦੇਣਾ ਚਾਹੀਦਾ ਔਰ ਬਕਾਇਦਾ ਇਸ ਗੱਲ ਦਾ ਨੋਟਿਸ ਲੈ ਕੇ ਵਿਚਾਰ ਕਰਨੀ ਚਾਹੀਦੀ ਹੈ ਕਿ ਸਿੱਖ ਮਰਿਆਦਾ ਜਿਹੜੀ ਹੈ ਉਹ ਇਸ ਗੱਲ ਨੂੰ ਪ੍ਰਵਾਨ ਨਹੀਂ ਕਰਦੀ ਕਿ ਇੱਕੋ ਸਮੇਂ ਪਾਠ ਵੀ ਹੁੰਦਾ ਰਹੇ ਤੇ ਕਥਾ ਕੀਰਤਨ ਵੀ ਚੱਲਦਾ ਰਹੇ, ਕਿਉਂਕਿ ਕਥਾ ਕੀਰਤਨ ਜੇ ਬਹੁਤ ਜ਼ਰੂਰੀ ਆਮ ਦੀਵਾਨ ਨਾਲੋਂ ਵੱਧ ਕਰਨਾ ਹੋਵੇ, ਪਾਠ ਆਰੰਭ ਕਰਨ ਤੋਂ ਪਹਿਲਾਂ ਘੰਟਾ 2 ਘੰਟੇ ਕੀਰਤਨ ਵੀ ਹੋ ਸਕਦਾ ਹੈ, ਕਥਾ ਵੀ ਹੋ ਸਕਦੀ ਹੈ, ਕੋਈ ਮੁਸ਼ਕਲ ਨਹੀਂ। ਇਹ ਤੇ ਆਮ ਰਿਵਾਜ ਹੈ ਨਾ, ਭੋਗ ਤੋਂ ਬਾਅਦ ਹੀ ਹੁੰਦਾ ਹੈ। ਪਾਠ ਆਰੰਭ ਕਰਨ ਤੋਂ ਪਹਿਲਾਂ ਵੀ ਜੇ ਪ੍ਰੇਮੀ ਸੁਣਨ ਵਾਲੇ ਹੁਣ, ਕੀਰਤਨ ਹੋ ਸਕਦਾ ਹੈ, ਕਥਾ ਹੋ ਸਕਦੀ ਹੈ, ਉਸ ਤੋਂ ਬਾਅਦ ਵਿੱਚ ਅਖੰਡ ਪਾਠ ਸਾਹਿਬ ਆਰੰਭ ਹੋ ਸਕਦਾ ਹੈ। ਪਰ ਜਦੋਂ ਅਖੰਡ ਪਾਠ ਸਾਹਿਬ ਆਰੰਭ ਹੋ ਗਿਆ, ਫਿਰ ਵਿੱਚ ਕੀਰਤਨ ਕਥਾ ਨਹੀਂ ਹੋਣਾ ਚਾਹੀਦਾ। ਇਹ ਮਰਿਆਦਾ ਜਿਹੜੀ ਹੈ ਇਹਦੀ ਪਾਲਣਾ ਸਾਨੂੰ ਕਰਨੀ ਚਾਹੀਦੀ ਹੈ। ਔਰ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਫਿਰ ਕੀਰਤਨ ਕਥਾ ਸਾਰੀ ਮਰਿਆਦਾ ਨੂੰ ਨਿਭਾਇਆ ਜਾ ਸਕਦਾ ਹੈ। ਇੱਥੇ ਬਕਾਇਦਾ ਸਿੱਖ ਵਿਦਵਾਨਾਂ ਨੇ ਰਹਿਤ ਮਰਿਆਦਾ ਵਿੱਚ ਹੁਕਮ ਲੈਣਾ ਸਰਲੇਖ ਹੇਠ ਜਿਹੜਾ ਐੜਾ ਨੰਬਰ ਪੁਆਇੰਟ ਦਰਜ ਕੀਤਾ ਹੈ, ਸੰਗਤ ਵਿੱਚ ਇੱਕ ਵਕਤ ਇੱਕੋ ਗੱਲ ਹੋਣੀ ਚਾਹੀਏ, ਕੀਰਤਨ ਜਾਂ ਕਥਾ, ਵਿਖਿਆਨ ਜਾਂ ਪਾਠ। ਨੰਬਰ 3 ਈੜੀ ਦੀਵਾਨ ਸਮੇਂ ਸੰਗਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਕੇਵਲ ਸਿੱਖ, ਔਰ ਬ੍ਰੈਕਟ ਵਿੱਚ ਬਕਾਇਦਾ ਪਾਇਆ ਗਿਆ ਮਰਦ ਜਾਂ ਤੀਵੀ। ਜਦੋਂ ਸਿੱਖ ਰਹਿਤ ਮਰਿਆਦਾ ਦੀ ਗੱਲ ਕਰਦੇ, ਮੈਂ ਬਹੁਤੀ ਵਾਰੀ ਬੇਨਤੀ ਕਰਦਾ ਵੀ ਜਦੋਂ ਸਿੱਖ ਲਫ਼ਜ਼ ਆ ਰਿਹਾ ਵੀ ਸਿੱਖ ਇਵੇਂ ਕਰੇ, ਉਹਦਾ ਭਾਵ ਸਿੱਖ ਬੀਬੀ ਦਾ ਵੀ, ਕਿਉਂਕਿ ਸਿੱਖ ਜਿਹੜਾ ਉਹ ਗੁਰੂ ਕਾ ਸਿੱਖ, ਉਨੀ ਸਿੱਖ ਬੀਬੀ ਵੀ ਹੈ ਔਰ ਸਿੱਖ ਪੁਰਸ਼ ਵੀ ਹੈ, ਇੱਕੋ ਜਿਹਾ ਉਪਦੇਸ਼ ਹੈ। ਇਹਦਾ ਕਰਕੇ ਜਿੱਥੇ ਭੁਲੇਖਾ ਪੈਣ ਦੀ ਗੁੰਜਾਇਸ਼ ਹੈ, ਵਿਦਵਾਨਾਂ ਨੇ ਬਕਾਇਦਾ ਬ੍ਰੈਕਟ ਵਿੱਚ ਉਹਦਾ ਸਪਸ਼ਟ ਕਰਨ ਵਾਸਤੇ ਲਿਖ ਦਿੱਤਾ ਹੈ ਕਿ ਦੀਵਾਨ ਸਮੇਂ ਸੰਗਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਕੇਵਲ ਸਿੱਖ, ਮਰਦ ਜਾਂ ਤੀਵੀ ਹੀ ਬੈਠਣ ਦਾ ਅਧਿਕਾਰੀ ਹੈ। ਇੱਥੇ 2 ਗੱਲਾਂ ਬੜੀਆਂ ਧਿਆਨ ਦੇਣ ਯੋਗ ਨੇ। ਇੱਕ ਤੇ ਕੇਵਲ ਸਿੱਖ ਕਿਉਂ ਕਿਹਾ ਗਿਆ ਕਿ ਜਿਹੜਾ ਸਿੱਖੀ ਵਿਸ਼ਵਾਸ ਵਾਲਾ ਮਨੁੱਖ ਨਹੀਂ ਨਾ, ਕਿਸੇ ਗੈਰ ਧਰਮ ਦਾ ਹੋਵੇ ਜਾਂ ਉਹ ਸਿੱਖੀ ਰਾਹ ਰੀਤ ਦੀ ਪਾਲਣਾ ਕਰਨ ਵਾਲਾ ਨਹੀਂ ਹੈ, ਉਹ ਸੰਗਤ ਦੇ ਚੱਲਦੇ ਦੀਵਾਨ ਪ੍ਰੋਗਰਾਮ ਦੇ ਵਿੱਚ ਗੁਰੂ ਕੀ ਹਜ਼ੂਰੀ ਤਾਬਿਆ ਨਹੀਂ ਬੈਠ ਸਕਦਾ ਔਰ ਇਸ ਤਰ੍ਹਾਂ ਦਾ ਕੋਈ ਫਰਜ਼ ਨਹੀਂ ਨਿਭਾ ਸਕਦਾ। ਆਪਾਂ ਪਿੱਛੇ ਵੀ ਵਿਚਾਰ ਕੀਤੀ ਸੀ ਕਿ ਕੀਰਤਨ ਕੇਵਲ ਸਿੱਖ ਹੀ ਕਰ ਸਕਦਾ ਹੈ। ਉਹਦਾ ਭਾਵ ਇਹ ਹੈ ਕਿ ਜਿਸ ਨੇ ਆਪ ਗੁਰਮਤ ਦਿਰੜ ਨਹੀਂ ਕੀਤੀ, ਉਹ ਦੂਸਰਿਆਂ ਨੂੰ ਕਰਾਉਣ ਦਾ ਅਧਿਕਾਰੀ ਨਹੀਂ। ਇਸ ਲਈ ਦੀਵਾਨ ਸਮੇਂ ਸੰਗਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਕੇਵਲ ਸਿੱਖ, ਮਰਦ ਜਾਂ ਤੀਵੀ ਹੀ ਬੈਠਣ ਦਾ ਅਧਿਕਾਰੀ ਹੈ। ਇੱਥੇ ਇਹ ਵੀ ਸਪਸ਼ਟ ਕੀਤਾ ਗਿਆ ਵੀ ਇਹ ਨਹੀਂ ਵੀ ਬੀਬੀਆਂ ਗੁਰੂ ਸਾਹਿਬ ਦੀ ਹਜ਼ੂਰੀ ਨਹੀਂ ਬਹਿ ਸਕਦੀਆਂ। ਇਹ ਵੀ ਸਾਡੇ ਸਿੱਖ ਪੰਥ ਦਾ ਇੱਕ ਮਸਲਾ ਹੈ ਜਿਹੜਾ ਅੱਜ ਵੀ ਚੱਲਦਾ ਪਿਆ ਹੈ ਕਿ ਦਰਬਾਰ ਸਾਹਿਬ ਬੀਬੀਆਂ ਦਾ ਜਥਾ ਕੀਰਤਨ ਨਹੀਂ ਕਰ ਸਕਦਾ। ਇਹ ਵੀ ਵਿਚਾਰ ਅਧੀਨ ਗੱਲ ਹੈ, ਗੁਰੂ ਮਿਹਰ ਕਰੇ ਹੱਲ ਹੋ ਜਾਏਗਾ। ਉਂਝ ਤੇ ਸੈਂਕੜੇ ਜਥੇ ਨੇ ਅੱਜ ਬੀਬੀਆਂ ਦੇ ਕੀਰਤਨ ਕਰਨ ਵਾਲੇ, ਗੁਰੂ ਕੀ ਹਜ਼ੂਰੀ 'ਚ ਕੀਰਤਨ ਹੁੰਦਾ ਹੈ। ਗੁਰੂ ਪਾਤਸ਼ਾਹ ਮਿਹਰ ਕਰੇ।
ਅਗਲਾ ਨੰਬਰ ਹੈ ਸੱਸਾ। ਸੰਗਤ ਨੂੰ ਪਾਠ ਕੇਵਲ ਸਿੱਖ ਹੀ ਕਰਕੇ ਸੁਣਾਵੇ। ਆਪਣੇ ਆਪ ਲਈ ਪਾਠ ਕੋਈ ਗੈਰ ਸਿੱਖ ਵੀ ਕਰ ਸਕਦਾ ਹੈ। ਸੰਗਤ ਨੂੰ ਪਾਠ ਕਰਕੇ ਸੁਣਾਉਣ ਦਾ ਭਾਵ ਕੋਈ ਗੁਰਬਾਣੀ ਦਾ ਪ੍ਰਚਾਰ ਕਰਨਾ ਹੀ ਹੈ। ਦੂਸਰਿਆਂ ਨੂੰ ਪਾਠ ਸੰਗਤ ਵਿੱਚ ਦੀਵਾਨ ਵਿੱਚ ਜਿਹੜਾ ਸੁਣਾਉਣਾ ਹੈ ਉਹਦਾ ਭਾਵ ਗੁਰਬਾਣੀ ਪ੍ਰਚਾਰ ਤੋਂ ਹੀ ਹੈ, ਦੂਸਰਿਆਂ ਨੂੰ ਗੁਰਬਾਣੀ ਦਾ ਪਾਠ ਸੁਣਾਉਣਾ। ਤੇ ਇੱਥੇ ਬਕਾਇਦਾ ਲਿਖਿਆ ਵੀ ਕੇਵਲ ਸਿੱਖੀ ਕਰਕੇ ਸੁਣਾਵੇ। ਹਾਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੂਰੀ ਮਨੁੱਖਤਾ ਨੂੰ ਉਪਦੇਸ਼ ਦੇਣ ਵਾਲੀ ਹੈ, ਇਸ ਕਰਕੇ ਇਹਦਾ ਪਾਠ ਆਪਣੇ ਤੌਰ ਤੇ ਸਹਿਜ ਪਾਠ ਆਪਣੇ ਘਰ ਜਾਂ ਗੁਰਦੁਆਰਾ ਸਾਹਿਬ ਵੀ ਨਿੱਜੀ ਤੌਰ ਤੇ ਕੋਈ ਵੀ ਕਰ ਸਕਦਾ ਹੈ, ਕੋਈ ਗੈਰ ਸਿੱਖ ਵੀ ਕਰ ਸਕਦਾ ਹੈ। ਪਰ ਸੰਗਤ ਵਿੱਚ ਦੀਵਾਨ ਵਿੱਚ ਜਿਹੜਾ ਪਾਠ ਕਰਕੇ ਸੁਣਾਉਣਾ ਹੈ ਨਾ, ਉਹ ਕੇਵਲ ਸਿੱਖ ਹੀ ਕਰਕੇ ਸੁਣਾਵੇ। ਆਪਣੇ ਆਪ ਲਈ ਪਾਠ ਕੋਈ ਗੈਰ ਸਿੱਖ ਵੀ ਕਰ ਸਕਦਾ ਹੈ। ਅਗਲਾ ਨੰਬਰ ਹੁਕਮ ਲੈਣ ਲੱਗਿਆ ਖੱਬੇ ਪੰਨੇ ਦੇ ਉਤਲੇ ਪਾਸਿਓਂ ਪਹਿਲਾ ਸ਼ਬਦ ਜੋ ਜਾਰੀ ਹੈ ਮੁੱਢ ਤੋਂ ਪੜ੍ਹਨਾ ਚਾਹੀਏ। ਹੁਣ ਹੁਕਮ ਕਿਵੇਂ ਲੈਣਾ ਚਾਹੀਦਾ? ਗੁਰੂ ਗ੍ਰੰਥ ਸਾਹਿਬ ਦਾ ਬੜਾ ਧਿਆਨ ਦੇਣ ਯੋਗ ਵਿਸ਼ਾ ਹੈ ਕਿ ਮੁੱਖ ਵਾਕ ਕਿਵੇਂ ਲਿਆ ਜਾਵੇ। ਇੱਥੇ ਮੈਂ ਇੱਕ ਬੇਨਤੀ ਕਰਨੀ ਸੀ ਕਿ ਗੁਰੂ ਗ੍ਰੰਥ ਸਾਹਿਬ ਦਾ ਮੁੱਖ ਵਾਕ ਜਦੋਂ ਆਪਾਂ ਲੈਨੇ ਆ ਤੇ ਜਿਹੜੀ ਮਰਿਆਦਾ ਨਿਸ਼ਚਿਤ ਕੀਤੀ ਗਈ ਹੈ ਨਾ ਕਿ ਮੁੱਖ ਵਾਕ ਕਿਵੇਂ ਲੈਣਾ ਹੈ, ਆਪਾਂ ਨੂੰ ਉਹਦੀ ਪਾਲਣਾ ਕਰਨੀ ਚਾਹੀਦੀ ਹੈ। ਤੇ ਪਹਿਲਾਂ ਮੈਂ ਉਹ ਵਿਚਾਰ ਕਰ ਲਵਾਂ, ਇੱਕ ਹੋਰ ਪੱਖ ਹੈ ਜੋ ਆਪ ਜੀ ਦੇ ਸਾਹਮਣੇ ਰੱਖਣਾ ਹੈ ਕਿ ਹੁਕਮ ਲੈਣ ਲੱਗਿਆ ਖੱਬੇ ਪੰਨੇ ਦੇ ਉਤਲੇ ਪਾਸਿਓਂ ਪਹਿਲਾ ਸ਼ਬਦ ਜੋ ਜਾਰੀ ਹੈ ਮੁੱਢ ਤੋਂ ਪੜ੍ਹਨਾ ਚਾਹੀਏ। ਆਪਾਂ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਹਜ਼ੂਰੀ ਬੈਠ ਕੇ ਮੁੱਖ ਵਾਕ ਹੁਕਮਨਾਮਾ ਲੈਣ ਲੱਗਦੇ ਆ ਤੇ ਖੱਬੇ ਪਾਸਿਓਂ ਇਸ ਹੱਥ ਵਾਲੇ ਬੰਨਿਓ ਆਪਾਂ ਮਹਾਰਾਜ ਦਾ ਜਿਹੜਾ ਉੱਪਰ ਸਭ ਤੋਂ ਪਹਿਲਾ ਸ਼ਬਦ ਹੈ ਉਹਨੂੰ ਪੜ੍ਹਨਾ ਚਾਹੀਦਾ ਹੈ। ਪਰ ਉਹ ਜੇ ਸ਼ਬਦ ਪਿਛਲੇ ਪੰਨੇ ਤੋਂ ਸ਼ੁਰੂ ਹੋ ਰਿਹਾ ਤੇ ਪੱਤਰਾ ਪਰਤ ਕੇ ਪਿੱਛੋਂ ਸ਼ੁਰੂ ਕਰਕੇ ਸਾਰਾ ਸ਼ਬਦ ਜਿਹੜਾ ਉਹਨੂੰ ਇਸ ਹਿਸਾਬ ਨਾਲ ਪੜ੍ਹਨਾ ਚਾਹੀਦਾ ਹੈ। ਇਹ ਮੁੱਖ ਵਾਕ ਲੈਣ ਦਾ ਤਰੀਕਾ ਹੈ। ਬਕਾਇਦਾ ਲਿਖਿਆ ਹੋਇਆ ਹੈ, ਜੇ ਉਸ ਸ਼ਬਦ ਦਾ ਮੁੱਢ ਪਿਛਲੇ ਪੰਨੇ ਤੋਂ ਸ਼ੁਰੂ ਹੁੰਦਾ ਹੈ ਤਾਂ ਪੱਤਰਾ ਪਰਤ ਕੇ ਪੜ੍ਹਨਾ ਸ਼ੁਰੂ ਕਰੋ ਅਤੇ ਸ਼ਬਦ ਸਾਰਾ ਪੜ੍ਹੋ। ਜੇ ਵਾਰ ਹੋਵੇ ਤਾਂ ਪੌੜੀ ਦੇ ਸਾਰੇ ਸ਼ਲੋਕ ਤੇ ਪੌੜੀ ਪੜ੍ਹਨੀ ਚਾਹੀਏ। ਸ਼ਬਦ ਦੇ ਅੰਤ ਵਿੱਚ ਜਿੱਥੇ ਨਾਨਕ ਨਾਮ ਆ ਜਾਵੇ ਉਸ ਤੁਕ ਤੇ ਭੋਗ ਪਾਇਆ ਜਾਵੇ। ਇਹ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਲੈਣ ਦਾ ਤਰੀਕਾ ਹੈ। ਇਹਨੂੰ ਮੈਂ ਥੋੜਾ ਜਿਹਾ ਵਿਆਖਿਆ ਵਿੱਚ ਲਿਜਾਣਾ ਚਾਹੁੰਦਾ ਹੈ ਕਿ ਜਿਹੜੇ ਪ੍ਰੇਮੀ ਸਹਿਜ ਪਾਠ ਕਰਦੇ ਨੇ ਜਾਂ ਆਪ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਗੁਰੂ ਸਾਹਿਬ ਤੋਂ ਪਾਵਨ ਸਰੂਪ ਤੋਂ ਹੁਕਮ ਲੈਂਦੇ ਨੇ, ਉਹਨਾਂ ਵਾਸਤੇ ਬਹੁਤ ਧਿਆਨ ਦੇਣ ਯੋਗ ਬਾਤ ਹੈ। ਇੱਕ ਤੇ ਆਪਾਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਜਦੋਂ ਸੱਜੇ ਖੱਬੇ ਦੀ ਗੱਲ ਆਉਂਦੀ ਹੈ ਨਾ ਤੇ ਸਾਡੇ ਮਨ ਵਿੱਚ ਐਸੇ ਭਰਮ ਭੁਲੇਖੇ ਹੁੰਦੇ ਨੇ। ਬਹੁਤੀ ਵਾਰੀ ਤੇ ਬੰਦਾ ਸੱਜੇ ਹੱਥ ਨੂੰ ਮਹਾਨਤਾ ਦਿੰਦਾ ਹੈ ਕਿ ਸੱਜੇ ਹੱਥ ਨਾਲ ਕੰਮ ਕੀਤਾ ਜਾਵੇ, ਕਿਉਂਕਿ ਅਸੀਂ ਇਸ ਤਰ੍ਹਾਂ ਦੇ ਭਰਮਾਂ 'ਚ ਪਏ ਨਾ ਵੀ ਸੱਜੇ ਖੱਬੇ ਵਾਲੇ ਨਾਲ ਸ਼ਾਇਦ ਕੋਈ ਫਰਕ ਪੈਂਦਾ ਹੋਵੇ। ਤੇ ਮਾਫ ਕਰਨਾ, ਕਈਆਂ ਨੂੰ ਪ੍ਰਮਾਤਮਾ ਨੇ ਸੱਜਾ ਹੱਥ ਨਾ ਦਿੱਤਾ ਜਾਂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦੇ ਨਾਲ ਨਾ ਹੋਵੇ ਤੇ ਉਹ ਵਿਚਾਰਾ ਕੀ ਕਰੇ। ਭਾਵ ਕਿ ਸਿੱਖ ਜਿਹੜਾ ਹੈ ਉਹ ਸੱਜੇ ਖੱਬੇ ਦਾ ਭਰਮ ਨਹੀਂ ਕਰਦਾ, ਪਰ ਇੱਥੇ ਬਕਾਇਦਾ ਕਿਹਾ ਗਿਆ ਵੀ ਖੱਬੇ ਪੰਨੇ ਦੇ ਉਤਲੇ ਪਾਸਿਓਂ ਪਹਿਲਾ ਸ਼ਬਦ ਪੜ੍ਹਿਆ ਜਾਵੇ। ਜਿਵੇਂ ਸੱਜੇ ਦੇ ਭਰਮ ਵਿੱਚ ਆਪਾਂ ਰਹਿੰਦੇ ਆ, ਐਵੇਂ ਕਿਤੇ ਖੱਬੇ ਦਾ ਭਰਮ ਨਹੀਂ ਹੋਣਾ ਚਾਹੀਦਾ ਵੀ ਗੁਰੂ ਗ੍ਰੰਥ ਸਾਹਿਬ ਦਾ ਮੁੱਖ ਵਾਕ ਜਦੋਂ ਖੱਬੇ ਪਾਸਿਓਂ ਲੈਣਾ ਵੀ ਇਹ ਕੋਈ ਖਾਸ ਗੱਲ ਹੋਣੀ ਹੈ ਵੀ ਖੱਬੇ ਪਾਸਿਓਂ ਨਹੀਂ।
ਇਹਦਾ ਇੱਕ ਤਰੀਕਾ ਹੈ, ਸਮਝਣ ਵਾਲੀ ਗੱਲ ਹੈ ਜਿਹੜੀ ਸਾਹਮਣੇ ਆਉਂਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਦੋਂ ਆਪਾਂ ਉਹਨਾਂ ਦੀ ਹਜ਼ੂਰੀ ਬੈਠਦੇ ਆ ਨਾ, ਕੁਦਰਤੀ ਗੱਲ ਹੈ ਜਦੋਂ ਇਸ ਪਾਸਿਓਂ ਸ਼ਬਦ ਚੱਲਦਿਆਂ ਹੋਇਆ ਅੱਗੇ ਜਾਣੇ ਨੇ ਤਾਂ ਹੀ ਅਗਲਾ ਪੱਤਰਾ ਪਰਤਾਂਗੇ ਨਾ। ਤੇ ਜੇ ਸ਼ਬਦ ਦੀ ਸ਼ੁਰੂਆਤ ਕਰਨੀ ਹੈ ਤੇ ਕੁਦਰਤੀ ਗੱਲ ਹੈ ਵੀ ਖੱਬੇ ਪਾਸਿਓਂ ਪਹਿਲਾ ਸ਼ਬਦ ਹੋਏਗਾ, ਉਸ ਤੋਂ ਅੱਗੇ ਹੀ ਸ਼ਬਦਾਂ ਦੀ ਗਿਣਤੀ ਅੱਗੇ ਵੱਧਦੀ ਜਾਏਗੀ, ਫਿਰ ਅਗਲਾ ਪੱਤਰਾ ਆਪਾਂ ਪਰਤਾਂਗੇ। ਪਰ ਮੇਰੀ ਕਹਿਣ ਤੋਂ ਮੁਰਾਦ ਇਹ ਹੈ ਵੀ ਖੱਬੇ ਸੱਜੇ ਕੋਈ ਵਿਸ਼ੇਸ਼ ਵਿਚਾਰ ਨਹੀਂ ਹੈ ਕਿਸੇ ਵੀ। ਜਦੋਂ ਪੁਸਤਕ ਨੂੰ, ਆਮ ਪੁਸਤਕ ਨੂੰ ਵੀ ਆਪਾਂ ਪੜਾਂਗੇ ਤੇ ਖੱਬੇ ਪੰਨੇ ਵਾਲਾ ਪਾਸਿਓਂ ਪੰਨਾ ਪੜ੍ਹ ਕੇ ਫਿਰ ਸੱਜੇ ਵਾਲਾ ਪੜ੍ਹ ਕੇ ਅਗਲਾ ਪੰਨਾ ਫਿਰ ਹੀ ਆਪਾਂ ਪਰਤਦੇ ਹਾਂ। ਤੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵੀ ਇਹ ਸਿਧਾਂਤ ਤਾਂ ਹੈ ਕਿ ਉਹ ਸ਼ਬਦ ਪਹਿਲਾਂ ਬਣਦਾ, ਦੂਸਰੇ ਸ਼ਬਦ ਬਾਅਦ ਵਿੱਚ ਆਉਂਦੇ ਨੇ। ਤੇ ਖੱਬੇ ਪੰਨੇ ਵਾਲਾ ਪਹਿਲਾ ਸ਼ਬਦ ਜਿਹੜਾ ਉਹ ਪੜ੍ਹਨਾ, ਇਹ ਹੁਕਮਨਾਮਾ ਲੈਣ ਦੀ ਮਰਿਆਦਾ ਹੈ। ਜੇ ਉਹ ਸ਼ਬਦ ਪਿਛਲੇ ਪੰਨੇ ਤੋਂ ਸ਼ੁਰੂ ਹੋ ਰਿਹਾ ਤੇ ਪਿਛੋਂ ਪੰਨਾ ਪਰਤ ਕੇ ਸ਼ੁਰੂ ਕਰਕੇ ਫਿਰ ਉਸੇ ਪੰਨੇ ਤੇ ਆ ਕੇ ਸ਼ਬਦ ਪੜ੍ਹਿਆ ਜਾਵੇ। ਬੇਨਤੀ ਕਰਾਂ ਆਪ ਜੀ ਦੇ ਆਮ ਗਿਆਨ ਵਾਸਤੇ, ਸੋਰਠ ਰਾਗ ਤੋਂ ਲੈ ਕੇ ਆਪਾਂ ਲਗਭਗ 600 ਤੋਂ 800 ਦਾ ਅੰਦਾਜ਼ਨ ਆਪਾਂ ਇਥੋਂ ਕੁ ਮੁੱਖ ਵਾਕ ਜ਼ਿਆਦਾ ਆਉਂਦੇ ਨੇ, ਭਾਵੇਂ ਕਿ 550 ਤੋਂ ਵੀ ਆ ਸਕਦਾ ਹੈ, 850 ਤੋਂ ਵੀ ਆ ਸਕਦਾ ਹੈ, ਪਰ ਜਦੋਂ ਆਪਾਂ ਵਿਚਕਾਰ ਮੱਧ ਦਾ ਹਿਸਾਬ ਰੱਖਦੇ ਆ 600 ਤੋਂ 800 ਦੇ ਵਿੱਚ ਜ਼ਿਆਦਾ ਸ਼ਬਦ ਆਉਂਦੇ ਨੇ। ਤੇ ਮੈਂ ਕੁਝ ਸ਼ਬਦਾਂ ਨੂੰ ਫਾਈਂਡ ਆਊਟ ਕੀਤਾ ਸੀ ਵੀ ਜਿਹੜੇ ਸ਼ਬਦਾਂ ਦਾ ਭੁਲੇਖਾ ਪੈ ਸਕਦਾ ਨਾ, ਉਹ ਮੈਂ ਆਪ ਜੀ ਨਾਲ ਸਾਂਝੇ ਕਰ ਦਿਆਂ ਕਿ ਜਦੋਂ ਮੁੱਖ ਵਾਕ ਲੈਣਾ ਹੋਵੇ ਤੇ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ। ਇੱਥੇ ਪਹਿਲਾਂ ਇਹ ਵੀ ਬੇਨਤੀ ਹੈ ਕਿ ਮੁੱਖ ਵਾਕ ਲੈਣ ਲੱਗਿਆਂ ਸਵੇਰ ਸ਼ਾਮ ਦਾ ਭਰਮ ਨਹੀਂ ਕਰਨਾ ਚਾਹੀਦਾ। ਇਹ ਨਹੀਂ ਵੀ ਸਵੇਰੇ ਮੁੱਖ ਵਾਕ ਇਸ ਪਾਸਿਓਂ ਖੱਬੇ ਪਾਸਿਓਂ ਲੈਣਾ ਤੇ ਦੁਪਹਿਰੇ 12 ਵਜੇ ਤੋਂ ਬਾਅਦ ਸੱਜੇ ਪਾਸਿਓਂ ਲੈਣਾ, ਇਹ ਵੀ ਗੱਲ ਪ੍ਰਚਾਰੀ ਜਾਂਦੀ ਹੈ। ਐਸੇ ਭਰਮ ਵੀ ਹਨ ਸਾਡੇ ਧਰਮ ਦੇ ਅੰਦਰ। ਮੁੱਖ ਵਾਕ ਲੈਣ ਦਾ ਇੱਕੋ ਹੀ ਤਰੀਕਾ ਖੱਬੇ ਪਾਸਿਓਂ ਪਹਿਲਾ ਸ਼ਬਦ ਸ਼ੁਰੂ ਕਰਕੇ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਦੇ ਵਿੱਚ ਦੱਸਿਆ ਗਿਆ ਹੈ। ਤੇ ਭਾਵੇਂ ਮੁੱਖ ਵਾਕ ਰਾਤ ਨੂੰ ਲੈਣਾ ਹੋਵੇ, ਭਾਵੇਂ ਸਵੇਰੇ ਲੈਣਾ ਹੋਵੇ, ਮਰਿਆਦਾ ਇੱਕੋ ਹੀ ਰਹੇਗੀ। ਸਵੇਰ ਸ਼ਾਮ ਵਾਲੇ ਭਰਮ ਦੇ ਵਿੱਚ ਵੀ ਆਪਾਂ ਨਹੀਂ ਪੈਣਾ ਕਿ ਸਵੇਰੇ ਪਹਿਲੋਂ ਇਧਰੋਂ ਲੈਣਾ ਚਾਹੀਦਾ ਤੇ ਸ਼ਾਮ ਨੂੰ ਦੁਪਹਿਰ ਤੋਂ ਬਾਅਦ ਸੱਜੇ ਪਾਸਿਓਂ ਥੱਲੇੋਂ ਲੈਣਾ ਚਾਹੀਦਾ। ਮੁੱਖ ਵਾਕ ਲੈਣ ਦੀ ਮਰਿਆਦਾ ਇੱਕੋ ਹੀ ਹੈ ਜਿਹੜੀ ਰਹਿਤ ਮਰਿਆਦਾ ਵਿੱਚ ਦਰਜ ਕੀਤੀ ਹੈ। ਉਦਾਹਰਨ ਦੇ ਤੌਰ ਤੇ ਬੇਨਤੀ ਕਰਾਂ, ਸੋਰਠ ਰਾਗ ਜਿਹੜਾ ਹੈ ਉਹਦੇ ਵਿੱਚ ਆਮ ਕਰਕੇ ਇੱਕ ਸ਼ਬਦ ਆਪਾਂ ਮੁੱਖ ਵਾਕ ਰੂਪ ਵਿੱਚ ਪੜ੍ਹਦੇ ਆ ਤੇ ਉਹ 596 ਅੰਕ ਤੋਂ ਉੱਪਰੋਂ ਸ਼ੁਰੂ ਹੋ ਰਿਹਾ, ਭਾਵ ਖੱਬੇ ਪਾਸਿਓਂ ਜਦੋਂ ਆਪਾਂ ਪ੍ਰਕਾਸ਼ ਕਰਦੇ ਆ ਨਾ, ਖੱਬੇ ਪਾਸੇ ਵਾਲੇ ਬੰਨੇ ਉਹ ਸ਼ਬਦ ਸ਼ੁਰੂ ਹੁੰਦਾ ਹੈ। ਉਹ ਸ਼ਬਦ ਹੈ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ। ਇਹ ਅੱਧਾ ਸ਼ਬਦ ਤੇ 596 ਅੰਕ ਤੇ ਹੈ, ਖੱਬੇ ਪਾਸੇ ਭਾਵ ਉੱਪਰ ਹੈ, ਤੇ ਉਹਦੀਆਂ 2-3 ਪੰਕਤੀਆਂ ਪਿਛਲੇ ਪੰਨੇ ਤੇ ਹੈ। ਤੇ ਉੱਥੇ ਵਿਚਾਰ ਰਹਿਤ ਮਰਿਆਦਾ ਦੇ ਮੁਤਾਬਕ ਪੰਨਾ ਪਰਤ ਕੇ ਪਿਛੋਂ ਸ਼ਬਦ ਸ਼ੁਰੂ ਕਰਕੇ ਸੋਰਠ ਮਹੱਲੇ ਪਹਿਲੇ ਦਾ ਸ਼ਬਦ ਹੈ ਮਨ ਹਾਲੀ ਕਿਰਸਾਣੀ ਕਰਨੀ। 2-3 ਤੁਕਾਂ 595 ਤੇ ਹੈ ਤੇ ਫਿਰ 96 ਤੇ ਆ ਕੇ ਸ਼ਬਦ ਪੂਰਾ ਹੁੰਦਾ ਹੈ। ਭਾਵ ਇਸ ਤਰ੍ਹਾਂ ਸਾਨੂੰ ਮੁੱਖ ਵਾਕ ਜਿਹੜਾ ਹੈ ਉਹ ਗੁਰੂ ਸਾਹਿਬ ਦਾ ਲੈਣਾ ਚਾਹੀਦਾ। ਸੋਰਠ ਰਾਗ ਦੇ ਇਸੇ ਤਰ੍ਹਾਂ ਜਿੱਥੇ ਨਾਨਕ ਨਾਮ ਸ਼ਬਦ ਆ ਜਾਵੇ, ਸ਼ਬਦ ਪੂਰਾ ਹੋ ਜਾਂਦਾ, ਅਗਲਾ ਮਹੱਲਾ ਸ਼ੁਰੂ ਹੋ ਜਾਂਦਾ ਹੈ, ਆਪਾਂ ਨੂੰ ਪਤਾ ਲੱਗ ਜਾਂਦਾ ਕਿ ਹੁਕਮਨਾਮਾ ਸ਼ਬਦ ਜਿਹੜਾ ਪੂਰਾ ਹੋ ਗਿਆ। ਪਰ ਜਦੋਂ ਵਾਰਾਂ ਆਉਂਦੀਆਂ ਨੇ, ਸੋਰਠ ਰਾਗ ਦੀ ਵਾਰ ਤੋਂ 1-2 ਸ਼ਬਦ ਆਪ ਜੀ ਦੇ ਸਾਹਮਣੇ ਰੱਖਣ ਲੱਗਾ ਹਾਂ। ਵਾਰ ਦੇ ਵਿੱਚ ਬਕਾਇਦਾ ਆਪਾਂ ਰਹਿਤ ਮਰਿਆਦਾ ਵਿੱਚ ਪੜ੍ਹਿਆ ਹੈ ਕਿ ਵਾਰ ਤੋਂ ਪਹਿਲਾਂ ਸ਼ਲੋਕ ਨੇ, 2 ਸ਼ਲੋਕ ਹੋਣ, 3 ਹੋਣ, 4 ਹੋਣ, ਸ਼ਲੋਕਾਂ ਦੇ ਵਿੱਚ ਨਾਨਕ ਨਾਮ ਆ ਜਾਂਦਾ ਹੈ। ਪਰ ਦੋਵੇਂ ਤਿੰਨੇ ਸ਼ਲੋਕ ਪੜ੍ਹੇ ਜਾਣ, ਉਸ ਤੋਂ ਬਾਅਦ ਪੌੜੀ ਪੜ੍ਹੀ ਜਾਵੇ, ਕਿਉਂਕਿ ਵਾਰ ਹੁੰਦੀ ਪੌੜੀਆਂ ਦੀ ਹੈ। ਤੇ ਸ਼ਬਦ ਦੀ ਗਿਣਤੀ ਦੇ ਮੁਤਾਬਕ ਹੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਵੇਖੋਗੇ ਨਾ, ਉੱਥੇ ਸ਼ਲੋਕ ਜਿੰਨੇ ਮਰਜ਼ੀ ਹੋਣ ਪੌੜੀ ਨਾਲ, ਵਾਰਾਂ ਵਿੱਚ ਗਿਣਤੀ 1, 2, 3 ਦੀ ਪੌੜੀਆਂ ਦੀ ਆਏਗੀ ਵੀ ਇਹਦੀਆਂ 24 ਪੌੜੀਆਂ ਨੇ, ਜਿਵੇਂ ਆਸਾ ਦੀ ਵਾਰ ਦੀਆਂ ਨੇ। ਉਹਦੇ ਨਾਲ ਸ਼ਲੋਕ ਜਿੰਨੇ ਵੀ ਹੋਣ ਤੇ ਉਹਨਾਂ ਸ਼ਲੋਕਾਂ ਨੂੰ ਪੜ੍ਹ ਕੇ, ਪੌੜੀ ਪੜ੍ਹ ਕੇ ਫਿਰ ਇਹਦਾ ਮੁੱਖ ਵਾਕ ਦੀ ਸਮਾਪਤੀ ਹੁੰਦੀ ਹੈ। ਇਹ ਨਹੀਂ ਵੀ ਕੱਲਾ ਸ਼ਲੋਕ ਪੜ੍ਹਦੇ ਆ ਨਾਨਕ ਨਾਮ ਆ ਗਿਆ ਤੇ ਮੁੱਖ ਵਾਕ ਪੂਰਾ ਹੋ ਗਿਆ। ਸੋਰਠ ਰਾਗ ਦੇ ਵਿੱਚ 644 ਪੰਨੇ ਤੇ ਗੁਰੂ ਗ੍ਰੰਥ ਸਾਹਿਬ ਦੇ ਅੰਕ ਤੇ
ਆਪਾਂ ਵਾਰ ਦੇ ਵਿੱਚੋਂ ਇੱਕ ਮੁੱਖ ਵਾਕ ਪੜ੍ਹਦੇ ਹਾਂ, ਜਿਹੜਾ 644 ਜਿਹੜਾ ਖੱਬੇ ਪਾਸੇ ਵਾਲਾ ਉੱਪਰਲਾ ਪਹਿਲਾ ਸ਼ਬਦ ਆਉਂਦਾ ਹੈ, ਪਰ ਇਹ ਸ਼ਬਦ ਵਾਰ ਦਾ 643 ਤੋਂ ਪਿੱਛੋਂ ਸ਼ੁਰੂ ਹੁੰਦਾ ਹੈ, ਸ਼ਲੋਕ ਮਹੱਲੇ ਤੀਜੇ ਤੋਂ। ਇਹ ਸ਼ਬਦ ਹੈ ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾ ਜਗ ਖਾਇਆ। ਔਰ ਮੈਂ ਤਾਂ ਇਹਨਾਂ ਨੂੰ ਰੱਖ ਲਿਆ ਸੀ ਵੀ ਵਾਰ ਵਿੱਚੋਂ ਵੀ 5-4 ਸ਼ਬਦ ਆਉਂਦੇ ਨੇ, ਭਗਤਾਂ ਦੀ ਬਾਣੀ ਚੋਂ ਵੀ ਸੋਰਠ ਰਾਗ ਧਨਾਸਰੀ ਦੇ 6-7 ਸ਼ਬਦ ਨੇ ਸਾਰੇ, ਜਿਹੜੇ ਮੁਖਵਾਕ ਰੂਪ ਦੇ ਵਿੱਚ ਆਉਂਦੇ ਨੇ। ਤੇ ਜੇ ਪਹਿਲੀ ਗੱਲ ਹੈ ਵੀ ਮੈਥਡ ਪਤਾ ਹੋਵੇ ਵੀ ਖੱਬੇ ਪਾਸਿਓਂ ਪਹਿਲਾ ਸ਼ਬਦ ਪੜ੍ਹਨਾ ਹੈ, ਜੇ ਉਹ ਪਿਛਲੇ ਅੰਕ ਤੋਂ ਸ਼ੁਰੂ ਹੁੰਦਾ ਹੈ ਤੇ ਪਿੱਛੋਂ ਪਰਤ ਕੇ ਪੜ੍ਹਨਾ ਹੈ। ਮੁੱਖ ਗੱਲ ਤੇ ਆਪਾਂ ਇਹੀ ਸਮਝਣੀ ਹੈ। ਤੇ ਫਿਰ ਵੀ ਮੈਂ ਆਮ ਜਾਣਕਾਰੀ ਵਾਸਤੇ ਸੋਰਠ ਰਾਗ ਤੋਂ ਲੈ ਕੇ ਸੋਹੀ ਤੱਕ ਕੁਝ 2-4 ਸ਼ਬਦ ਜਿਨ੍ਹਾਂ ਦਾ ਭੁਲੇਖਾ ਪੈਣ ਦੀ ਗੁੰਜਾਇਸ਼ ਹੈ ਵੀ ਇਹ ਸ਼ਬਦ ਮੁਖਵਾਕ ਕਿੱਥੇ ਜਾ ਕੇ ਪੂਰਾ ਹੁੰਦਾ ਹੈ, ਉਹ ਹੈ ਸੋਰਠ ਰਾਗ ਦੀ ਵਾਰ ਦੇ ਵਿੱਚ ਇਹ ਸ਼ਬਦ 644 ਤੇ ਉੱਪਰੋਂ ਸ਼ੁਰੂ ਹੁੰਦਾ ਹੈ, ਪਰ ਮੁੱਖ ਰੂਪ ਵਿੱਚ ਸ਼ਬਦ 2-3 ਪੰਕਤੀਆਂ ਪਿੱਛੋਂ 43 ਤੋਂ ਸ਼ੁਰੂ ਹੁੰਦਾ ਹੈ, ਜਿਹੜਾ ਆਪਾਂ ਮੁਖਵਾਕ ਦੇ ਰੂਪ ਵਿੱਚ ਪੜ੍ਹਦੇ ਹਾਂ ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾ ਜਗ ਖਾਇਆ। ਇਸ ਨੂੰ ਪਿੱਛੋਂ 43 ਤੋਂ ਭਾਵ 44 ਦੇ ਪਿਛਲਾ ਪੰਨਾ ਪਰਤ ਕੇ ਸ਼ਲੋਕ ਮਹੱਲੇ ਤੀਜੇ ਤੋਂ ਪੜ੍ਹਨਾ ਚਾਹੀਦਾ। ਇਹਦੇ ਨਾਲ 2 ਸ਼ਲੋਕ ਨੇ, ਦੋਵਾਂ ਸ਼ਲੋਕਾਂ ਵਿੱਚ ਨਾਨਕ ਨਾਮ ਆ ਜਾਂਦਾ ਹੈ, ਪਰ ਇਹ ਦੋਵੇਂ ਸ਼ਲੋਕ ਪੜ੍ਹ ਕੇ ਤੇ ਨਾਲ ਹੀ ਪੌੜੀ ਪੂਰੀ ਪੜ੍ਹ ਕੇ ਫਿਰ ਮੁਖਵਾਕ ਜਿਹੜਾ ਉਹ ਸੰਪੂਰਨ ਹੁੰਦਾ ਹੈ। ਇਸੇ ਤਰ੍ਹਾਂ ਵਾਰ ਦੇ ਵਿੱਚੋਂ 3-4 ਮੁਖਵਾਕ ਹੋਰ ਆਉਂਦੇ ਨੇ, ਜਿਵੇਂ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੈ ਹਸਤੀ ਸਿਰ ਜਿਉ ਅੰਕੁਸ਼ ਹੈ ਗੁਰ ਸੇਵਾ ਤੇ ਸੁਖ ਉਪਜੈ। ਇਸ ਤਰ੍ਹਾਂ 5-6 ਸ਼ਬਦ ਨੇ ਜਿਹੜੇ ਸੋਰਠ ਰਾਗ ਦੀ ਵਾਰ ਵਿੱਚੋਂ ਮੁਖਵਾਕ ਰੂਪ ਦੇ ਵਿੱਚ ਆਉਂਦੇ ਨੇ। ਤੇ ਵਾਰ ਤੋਂ ਬਾਅਦ ਵਿੱਚ ਹੈ ਭਗਤ ਬਾਣੀ, ਤੇ 2 ਸ਼ਬਦ ਜਿਹੜੇ ਨੇ ਉਹ ਭਗਤ ਬਾਣੀ ਵਿੱਚੋਂ ਮੁਖਵਾਕ ਰੂਪ ਦੇ ਵਿੱਚ ਜਿਹੜੇ ਆਉਂਦੇ ਨੇ, ਉਹ ਭਗਤ ਬਾਣੀ ਦੇ ਸਰਲੇਖ ਮੁਤਾਬਕ ਇਹ ਸ਼ਬਦ ਜਿਵੇਂ ਗੁਰੂ ਸਾਹਿਬ ਦਾ ਸ਼ਬਦ ਹੋਏਗਾ ਤੇ ਸ਼ਬਦ ਦੇ ਆਖਰੀ ਤੇ ਨਾਨਕ ਨਾਮ ਆ ਜਾਏਗਾ, ਪਰ ਜੇ ਸ਼ਬਦ ਭਗਤਾਂ ਦਾ ਹੋਇਆ ਤੇ ਜਿਹੜੇ ਭਗਤ ਦਾ ਸ਼ਬਦ ਹੈ ਉਹਦੇ ਅਖੀਰਲੀ ਤੁਕ ਸ਼ਬਦ ਦੀ ਸੰਪੂਰਨਤਾ ਤੇ ਭਗਤ ਦਾ ਨਾਮ ਆ ਜਾਏਗਾ। ਜਿਵੇਂ ਕਬੀਰ ਸਾਹਿਬ ਦਾ ਸ਼ਬਦ ਹੈ, ਆਖਰੀ ਤੁਕ ਵਿੱਚ ਕਬੀਰ ਸਾਹਿਬ ਦਾ ਨਾਮ ਆ ਜਾਏਗਾ, ਉੱਥੇ ਸ਼ਬਦ ਪੂਰਾ ਹੋ ਜਾਏਗਾ। ਭਗਤ ਰਵਿਦਾਸ ਜੀ ਦਾ ਸ਼ਬਦ ਹੈ, ਉੱਥੇ ਭਗਤ ਰਵਿਦਾਸ ਜੀ ਦਾ ਨਾਮ ਆ ਜਾਏਗਾ, ਸ਼ਬਦ ਸੰਪੂਰਨ ਪਤਾ ਲੱਗ ਜਾਏਗਾ, ਇੱਥੇ ਸ਼ਬਦ ਸੰਪੂਰਨ ਹੋ ਗਿਆ। ਸੋਰਠ ਰਾਗ ਦੇ ਵਿੱਚ ਆਪਾਂ ਕਬੀਰ ਸਾਹਿਬ ਦਾ ਇੱਕ ਸ਼ਬਦ ਪੜ੍ਹਦੇ ਆ ਜਿਹੜਾ 656 ਅੰਕ ਤੇ ਹੈ, ਤੇ ਉਹ ਆਪਾਂ ਪੱਤਰਾ ਪਰਤ ਕੇ 655 ਤੋਂ ਉਹ ਸ਼ਬਦ ਜਿਹੜਾ ਉਹ ਸ਼ੁਰੂ ਹੁੰਦਾ ਹੈ। ਕਬੀਰ ਸਾਹਿਬ ਜੀ ਦਾ ਇਹ ਪਾਵਨ ਪਵਿੱਤਰ ਸ਼ਬਦ ਹੈ, ਤੇ ਇਹ ਸ਼ਬਦ ਸੋਰਠ ਰਾਗ ਦੇ ਵਿੱਚ ਹੈ ਸਨਕ ਸਨੰਦ ਮਹੇਸ਼ ਸਮਾਨਾ ਸੇਖ ਨਾਗ ਤੇਰੋ ਮਰਮ ਨਾ ਜਾਣਾ। ਇਸ ਸ਼ਬਦ ਨੂੰ ਵੀ ਪਿੱਛੋਂ ਪੰਨਾ ਪਰਤ ਕੇ ਜਿਹੜਾ ਉਸ ਸ਼ਬਦ ਨੂੰ ਪੜ੍ਹਿਆ ਜਾਵੇ, ਤੇ ਇਸ ਤੋਂ ਅੱਗੇ ਭਗਤ ਬਾਣੀ ਦੇ ਵਿੱਚ ਰਵਿਦਾਸ ਜੀ ਦਾ ਇੱਕ ਸ਼ਬਦ ਸੋਰਠ ਰਾਗ ਦੇ ਵਿੱਚ ਮੁੱਖ ਵਾਕ ਰੂਪ ਦੇ ਵਿੱਚ ਆਪਾਂ ਸ਼ਬਦ ਨੂੰ ਪੜ੍ਹਦੇ ਹਾਂ, ਜਬ ਹਮ ਹੋਤੇ ਤਬ ਤੁਮ ਨਾਹੀ ਅਬ ਤੂੰ ਹੀ ਮੈਂ ਨਾਹੀ। ਇਹ ਵੀ ਸ਼ਬਦ ਭਗਤਾਂ ਦਾ ਸੋਰਠ ਰਾਗ ਦੇ ਵਿੱਚ ਸਿਰਫ 2 ਸ਼ਬਦ ਹੈ ਜਿਹੜੇ ਮੁੱਖ ਵਾਕ ਰੂਪ ਵਿੱਚ ਆਉਂਦੇ ਨੇ। ਜੇ ਕੋਈ ਬੀੜ ਦੀ ਛਪਾਈ ਦਾ ਫਰਕ ਹੋਵੇ ਤੇ ਕੋਈ ਹੋਰ ਸ਼ਬਦ ਵੀ ਆ ਸਕਦਾ। ਮੈਂ ਜਿਹੜੀਆਂ ਬੀੜਾਂ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੀਆਂ ਗੁਰਦੁਆਰੇ ਨੇ ਉਹਨਾਂ ਦੇ ਹਿਸਾਬ ਦੇ ਨਾਲ ਬੇਨਤੀ ਕਰ ਰਿਹਾ ਵੀ ਸਾਡੀ ਸੰਗਤ ਨੂੰ ਮੁੱਖ ਵਾਕ ਲੈਣ ਦਾ ਜੋ ਵੀ ਹਿਸਾਬ ਕਿਤਾਬ ਹੈ ਉਸ ਢੰਗ ਦੇ ਨਾਲ ਪਤਾ ਲੱਗ ਸਕੇ। ਸੋ ਧਨਾਸਰੀ ਰਾਗ ਅੱਗੇ ਸੋਰਠ ਤੋਂ ਬਾਅਦ ਵਿੱਚ ਧਨਾਸਰੀ ਰਾਗ ਆ ਜਾਂਦਾ ਹੈ, ਉਹਦਾ ਵੀ ਐਵੇਂ ਤਰੀਕਾ ਹੈ ਮੁੱਖ ਵਾਕ ਲੈਣ ਦਾ ਕਿ ਗੁਰੂ ਸਾਹਿਬਾਂ ਦੇ ਸ਼ਬਦਾਂ ਦੇ ਨਾਲ ਤੇ ਆਖਰੀ ਪੰਕਤੀ ਵਿੱਚ ਨਾਨਕ ਨਾਮ ਆ ਜਾਏਗਾ, ਸ਼ਬਦ ਪੂਰਾ ਹੋ ਗਿਆ। ਇਸ ਗੱਲ ਦਾ ਸਾਨੂੰ ਪਤਾ ਜਿਹੜਾ ਉਹ ਲੱਗ ਜਾਂਦਾ ਹੈ। ਤੇ ਧਨਾਸਰੀ ਰਾਗ ਦੇ ਵਿੱਚ ਕਬੀਰ ਸਾਹਿਬ ਦਾ ਜਿਹੜਾ ਸ਼ਬਦ ਮੁੱਖ ਵਾਕ ਰੂਪ ਵਿੱਚ ਆਉਂਦਾ ਹੈ ਉਹ 692 ਅੰਕ ਤੋਂ ਹੈ ਤੇ ਪਿੱਛੋਂ 91 ਤੋਂ ਸ਼ੁਰੂ ਹੁੰਦਾ ਹੈ, ਤੇ ਆਪਾਂ 91 ਤੋਂ ਸ਼ੁਰੂ ਕਰਨਾ ਹੁੰਦਾ ਹੈ। ਮਾਫ ਕਰਨਾ, ਮੈਂ ਸੋਰਠ ਰਾਗ ਵਿੱਚ ਸਨਕ ਸਨੰਦ ਵਾਲਾ ਸ਼ਬਦ ਬੋਲਿਆ, ਇਹ ਧਨਾਸਰੀ ਰਾਗ ਦਾ ਸ਼ਬਦ ਹੈ। ਕਬੀਰ ਸਾਹਿਬ ਦਾ ਜਿਹੜਾ ਮੁੱਖ ਵਾਕ ਰੂਪ ਦੇ ਵਿੱਚ ਆਪਾਂ ਇਸ ਸ਼ਬਦ ਨੂੰ ਪੜ੍ਹਦੇ ਹਾਂ, ਤੇ ਇਹ ਸ਼ਬਦ
691 ਤੋਂ ਥੱਲਿਓਂ ਸ਼ੁਰੂ ਹੁੰਦਾ ਹੈ ਤੇ 92 ਤੱਕ ਅਗਲੇ ਪਾਸੇ ਆਉਂਦਾ ਹੈ। ਤੇ ਇਹ ਸ਼ਬਦ ਸਨਕ ਸਨੰਦ ਮਹੇਸ਼ ਸਮਾਨਾ ਤੇ ਇਸ ਦੇ 4 ਪਦ ਨੇ। ਅਖੀਰ ਤੇ ਜਾ ਕੇ ਭਗਤ ਕਬੀਰ ਸਾਹਿਬ ਦਾ ਨਾਮ ਆ ਜਾਂਦਾ ਹੈ। ਕਹੇ ਕਬੀਰ ਸੋ ਭਰਮੈ ਨਾਹੀ, ਪੱਗ ਲਗ ਰਾਮ ਰਹੇ ਸਰਨਾਹੀ। ਪਤਾ ਲੱਗ ਜਾਂਦਾ ਹੈ ਕਿ ਇੱਥੇ ਸ਼ਬਦ ਕਬੀਰ ਸਾਹਿਬ ਦਾ ਜਿਹੜਾ ਉਹ ਸੰਪੂਰਨ ਹੋ ਗਿਆ। ਇਸੇ ਧਨਾਸਰੀ ਰਾਗ ਦੇ ਵਿੱਚ ਇੱਕ ਸ਼ਬਦ ਭਗਤ ਨਾਮਦੇਵ ਜੀ ਦਾ ਆਉਂਦਾ ਹੈ, ਜਿਹੜਾ 694 ਅੰਗ ਤੇ ਹੈ। ਉੱਪਰੋਂ ਸ਼ੁਰੂ ਹੁੰਦਾ ਹੈ ਤੇ ਪਿੱਛੋਂ 93 ਤੋਂ ਪੜ੍ਹਨਾ। ਜਿਹੜਾ ਪਹਿਲਾ ਸ਼ਬਦ ਹੈ ਨਾ ਉਹ 92 ਤੇ ਹੈ ਤੇ 91 ਤੋਂ ਸ਼ੁਰੂ ਕਰਨਾ ਹੈ। ਤੇ ਇਹ ਸ਼ਬਦ ਹੈ ਆਮ ਕਰਕੇ ਆਪਾਂ ਮੁਖਵਾਕ ਲੈਨੇ ਆ, ਪਹਿਲ ਪੁਰੀਏ ਪੁੰਡਰਕ ਵਨਾ ਤਾਜੇ ਹੰਸਾ ਸਗਲੇ ਜਨਾ। ਇਹ ਸੋਠ ਰਾਗ ਵਿੱਚ ਭਗਤਾਂ ਦੀ ਬਾਣੀ ਚੋਂ ਸਿਰਫ 2 ਸ਼ਬਦ ਆਉਂਦੇ ਨੇ। ਤੇ ਵੈਸੇ ਉਂਝ ਵੀ ਆਪਾਂ ਧਿਆਨ ਰੱਖ ਲਈਏ, ਜੇ ਪੂਰਾ ਉਹਦਾ ਤਰੀਕਾ ਨਾ ਵੀ ਸਮਝ ਵਿੱਚ ਆਉਂਦਾ ਹੋਵੇ ਕਿ ਸ਼ਬਦ ਜਿਹੜਾ ਕਿੱਥੇ ਜਾ ਕੇ ਸੰਪੂਰਨ ਹੁੰਦਾ ਹੈ। ਇਸੇ ਢੰਗ ਦੇ ਨਾਲ ਦੂਸਰੇ ਰਾਗਾਂ ਦੇ ਵਿੱਚੋਂ ਸਤਿਗੁਰਾਂ ਦੀ ਪਾਵਨ ਬਾਣੀ ਦੇ ਮੁੱਖ ਵਾਕ ਜਿਹੜੇ ਨੇ ਉਹ ਸਾਨੂੰ ਲੈਣੇ ਚਾਹੀਦੇ ਨੇ। ਤੇ ਇਸ ਰਾਗ ਤੋਂ ਅੱਗੇ ਆ ਜਾਂਦਾ ਜੈਤਸਰੀ ਰਾਗ। ਜੈਤਸਰੀ ਰਾਗ ਦੇ ਸ਼ਬਦ ਵੀ ਬਿਲਕੁਲ ਜਿਵੇਂ ਪਹਿਲਾ ਤਰੀਕਾ ਹੈ ਕਿ ਦੱਸਿਆ ਕਿ ਮੁੱਖ ਵਾਕ ਇਵੇਂ ਲੈਣਾ ਹੈ, ਤੇ ਵਾਰ ਦਾ ਵੀ ਬਿਲਕੁਲ ਉਹੀ ਤਰੀਕਾ ਮੈਂ ਜੋ ਪਹਿਲਾਂ ਆਪ ਜੀ ਨਾਲ ਸਾਂਝ ਪਾਈ ਹੈ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ। ਪਰ ਇਸ ਮੁੱਖ ਵਾਕ ਦੇ ਵਿੱਚ ਜੇ ਸ਼ਬਦ ਸ਼ੰਤ ਆ ਜਾਵੇ ਤੇ ਸ਼ੰਤ ਦੇ 4 ਪਦ ਹੁੰਦੇ ਨੇ ਤੇ 4 ਪਦਾਂ ਦੇ ਵਿੱਚ ਹੀ ਨਾਨਕ ਨਾਮ 4 ਦੇ ਨਾਲ ਹੀ ਆ ਜਾਏਗਾ। ਪਰ ਪਹਿਲਾ ਪਦ ਪੜ੍ਹ ਕੇ ਨਹੀਂ ਸਮਾਪਤੀ ਕਰ ਦੇਣੀ। ਜੇ ਸ਼ਬਦ ਸ਼ੰਤ ਹੋਵੇ ਉਹਦੇ 4 ਪਦ ਪੜ੍ਹੇ ਜਾਣਗੇ। ਜੇ ਅਸ਼ਟਪਦੀ ਹੋਵੇ ਤੇ ਉਹਦੀਆਂ 8 ਪਦ ਜਿੰਨੇ ਵੀ ਹੈ ਉਹ ਪੜ੍ਹ ਕੇ ਸ਼ਬਦ ਜਿਹੜਾ ਮੁਕੰਮਲ ਹੋਵੇਗਾ। ਪਰ ਮੁੱਖ ਰੂਪ ਦੇ ਵਿੱਚ ਜਦੋਂ ਜੈਤਸਰੀ ਰਾਗ ਦਾ ਇੱਕ ਸ਼ਬਦ ਆਉਂਦਾ ਹੈ ਜਿਹੜਾ ਸ਼ੰਤ ਮੁੱਖ ਵਾਕ ਰੂਪ ਵਿੱਚ ਆ ਜਾਂਦਾ ਹੈ, ਉਹ ਹੈ 704 ਅੰਕ ਤੇ ਖੱਬੇ ਪਾਸੇ ਉੱਪਰਲੇ ਬੰਨਿਓ ਸ਼ੁਰੂ ਹੁੰਦਾ ਹੈ। ਤੇ ਉਹ ਸ਼ਬਦ ਪਿੱਛੋਂ ਸ਼ੁਰੂ ਹੋ ਰਿਹਾ ਹੈ ਪਰ ਖੱਬੇ ਪਾਸੇ 704 ਤੇ ਹੈ। ਸ਼ਬਦ ਨੂੰ ਮੁੱਖ ਵਾਕ ਲੈਣ ਦੇ ਤਰੀਕੇ ਮੁਤਾਬਕ ਪੜ੍ਹਨ ਵਾਸਤੇ ਆਪਾਂ ਪਿੱਛੋਂ ਪੰਨਾ ਪਰਤ ਕੇ ਪੜ੍ਹਦੇ ਹਾਂ। ਉਹ ਸ਼ਬਦ ਹੈ 703 ਦੇ ਥੱਲੇ ਸ਼ੁਰੂ ਹੁੰਦਾ ਹੈ ਕਿ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਅਨੰਦਨ ਨੀਤ ਖੋਲ ਕਪਟ ਗੁਰ ਮੇਲੀਆ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ। ਇਹ ਸ਼ਬਦ ਸ਼ੰਤ ਹੈ ਕਿਉਂਕਿ ਇਹਦੇ 4 ਫਿਰ ਪਦ ਨੇ। 4 ਵਿੱਚ ਹੀ ਨਾਨਕ ਨਾਮ ਆਏਗਾ, ਪਰ ਇਸ ਸ਼ਬਦ ਨੂੰ ਪੂਰਾ ਮੁਕੰਮਲ ਰੂਪ ਦੇ ਵਿੱਚ ਇਹ ਸ਼ਬਦ ਜਿਹੜਾ ਹੈ ਉਹ ਸਾਨੂੰ ਪੜ੍ਹਨਾ ਚਾਹੀਦਾ ਹੈ। ਜੈਤਸਰੀ ਰਾਗ ਤੋਂ ਬਾਅਦ ਵਿੱਚ ਟੋਡੀ ਤੇ ਬੈਰਾੜੀ। ਫਿਰ ਆ ਜਾਂਦਾ ਹੈ ਤਲੰਗ ਰਾਗ। ਤਲੰਗ ਰਾਗ ਦਾ ਇੱਕ ਸ਼ਬਦ ਹੈ ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਹੈ। ਇਸ ਸ਼ਬਦ ਦੇ ਜਿਹੜੇ 4 ਪਦ ਨੇ ਨਾ 4 ਪਦਾਂ ਦੇ ਵਿੱਚ ਹੀ ਨਾਨਕ ਨਾਮ ਆਉਂਦਾ, ਪਰ ਪੜ੍ਹਨੇ 4 ਹੀ ਨੇ। ਕੋਈ ਸ਼ਬਦ ਜਿੱਥੇ ਭੁਲੇਖਾ ਪੈਣ ਦੀ ਗੁੰਜਾਇਸ਼ ਹੈ, ਮੈਂ ਉਹਨਾਂ ਸ਼ਬਦਾਂ ਨੂੰ ਆਪ ਜੀ ਦੇ ਸਾਹਮਣੇ ਰੱਖ ਰਿਹਾ। ਇਹ ਸ਼ਬਦ 724 ਅੰਕ ਤੇ ਆਉਂਦਾ ਹੈ ਤੇ ਇਹ ਪਿੱਛੋਂ 23 ਤੋਂ ਸ਼ੁਰੂ ਹੁੰਦਾ ਹੈ। ਮੁੱਖ ਵਾਕ ਲੈਣ ਦੇ ਤਰੀਕੇ ਮੁਤਾਬਕ ਇਹਨੂੰ ਆਪਾਂ 23 ਤੋਂ ਜਦੋਂ ਥੱਲੇੋਂ ਸ਼ੁਰੂ ਕਰਦੇ ਹਾਂ ਤੇ ਇਹਦੀਆਂ ਛੋਟੀਆਂ 4 ਪੰਕਤੀਆਂ ਦਾ ਇੱਕ ਪਦ ਹੈ ਤੇ ਇਸੇ ਤਰ੍ਹਾਂ 4 ਪਦ ਨੇ। ਤੇ ਪਹਿਲੇ ਪਦ ਦੇ ਨਾਲ ਹੀ ਨਾਨਕ ਨਾਮ ਆ ਜਾਂਦਾ ਹੈ। ਉਹ ਸ਼ਬਦ ਹੈ ਤਲੰਗ ਮਹੱਲਾ ਚੌਥਾ। ਤਲੰਗ ਘਰ ਦੂਜਾ ਮਹੱਲਾ ਪੰਜਵਾਂ। ਤੁਧ ਬਿਨ ਦੂਜਾ ਨਾਹੀ ਕੋਏ ਤੂੰ ਕਰਤਾਰ ਕਰੈ ਸੋ ਹੋਏ। ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ। ਇਹ ਇੱਕ ਪਦ ਪੂਰਾ ਹੋ ਗਿਆ। 3 ਪਦ ਹੋਰ ਨਾਲ ਨੇ ਫਿਰ ਸ਼ਬਦ ਸੰਪੂਰਨ ਹੁੰਦਾ ਹੈ। ਆਪਾਂ ਨੂੰ ਮੋਟੇ ਤੌਰ ਤੇ ਵੀ ਧਿਆਨ ਰੱਖ ਲੈਣਾ ਚਾਹੀਦਾ ਵੀ ਜਦੋਂ ਇਹ ਸ਼ਬਦ ਆਵੇ 723 ਅੰਕ ਤੋਂ ਜਦੋਂ ਥੱਲੇੋਂ ਆਪਾਂ ਸ਼ੁਰੂ ਕਰਨਾ, ਜਦੋਂ 24 ਪੰਨਾ ਆਇਆ ਹੋਵੇ ਤੇ ਇਹ ਸ਼ਬਦ ਦੇ 4 ਪਦ ਜਿਹੜੇ ਨੇ ਪੜ੍ਹੇ ਜਾਣ। ਫਿਰ ਇਸੇ ਤਰ੍ਹਾਂ ਸੋਹੀ ਰਾਗ ਦੀ ਇੱਕ ਅਸ਼ਟਪਦੀ ਹੈ ਜਿਹੜੀ ਸ਼ਬਦ ਰੂਪ ਦੇ ਵਿੱਚ ਆਉਂਦੀ ਹੈ। ਇਹਦੇ ਵਿੱਚ ਵੀ ਅਸ਼ਟਪਦੀ ਦੇ ਵੈਸੇ 8 ਪਦਾਂ ਤੋਂ ਭਾਵ ਹੁੰਦਾ ਹੈ। ਇਹਦੀਆਂ 2-2 ਪੰਕਤੀਆਂ ਦਾ ਬੰਦ ਹੈ ਤੇ 32 ਪੰਕਤੀਆਂ ਦਾ ਇਹ ਸ਼ਬਦ ਹੈ। ਵਾਹਿਗੁਰੂ ਪੂਰਾ ਮੁਕੰਮਲ 32 ਪੰਕਤੀਆਂ ਦਾ ਸ਼ਬਦ ਹੈ। ਇਹਦੇ 6ਵੀਂ ਪੰਕਤੀ ਤੇ ਜਾ ਕੇ ਨਾਨਕ ਨਾਮ ਆ ਜਾਂਦਾ ਹੈ। ਤੇ ਆਪਾਂ ਨੂੰ ਮੁੱਖ ਵਾਕ ਲੈਣ ਲੱਗਿਆ ਕਦੀ ਇਹ ਮੁੱਖ ਵਾਕ ਆਵੇ
ਸੂਈ ਰਾਗ ਦੀ ਅਸ਼ਟਪਦੀ ਹੈ, ਮਹੱਲਾ ਚੌਥਾ, ਘਰ ਦੂਜਾ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੋਂ ਤਿਸ ਪਹਿ ਆਪ ਵਿਚਾਈ, ਦਰਸ਼ਨ ਹਰ ਦੇਖਣ ਕੈ ਤਾਈ। ਇਹ ਸ਼ਬਦ ਜਦੋਂ ਮੁਖਵਾਕ ਰੂਪ ਦੇ ਵਿੱਚ ਆਵੇ, ਅਸ਼ਟਪਦੀ ਲੰਬੇਰਾ ਸ਼ਬਦ ਹੈ, ਇਹਦੀਆਂ 32 ਪੰਕਤੀਆਂ ਨੇ ਤੇ ਹਰ 6ਵੀਂ ਪੰਕਤੀ ਤੇ ਨਾਨਕ ਨਾਮ ਆ ਜਾਂਦਾ ਹੈ। ਆਪਾਂ ਉੱਥੇ ਨਾਨਕ ਨਾਮ 'ਤੇ ਨਹੀਂ ਰੁਕਣਾ, ਇਹ ਸਾਰੇ ਸ਼ਬਦ ਨੂੰ 32 ਦੀਆਂ 32 ਪੰਕਤੀਆਂ ਪੜ੍ਹੀਆਂ ਜਾਣਗੀਆਂ। ਹਰ 6ਵੀਂ ਪੰਕਤੀ ਤੇ ਨਾਨਕ ਨਾਮ ਆਏਗਾ ਤੇ ਅਖੀਰ ਵਾਲੀਆਂ 2 ਪੰਕਤੀਆਂ ਤੇ 2 ਵਾਰੀ ਨਾਨਕ ਨਾਮ ਆਉਂਦਾ ਹੈ। ਇਹ ਸ਼ਬਦ ਜਿਹੜਾ ਇਹ ਮੁੱਖ ਵਾਕ ਰੂਪ ਦੇ ਵਿੱਚ ਇਸ ਢੰਗ ਦੇ ਨਾਲ ਸੰਪੂਰਨ ਹੁੰਦਾ ਹੈ। ਸੋ ਬੇਨਤੀ ਕਰਾਂ, ਇੱਕ ਤੇ ਵਾਰ ਦਾ ਧਿਆਨ ਦੇਣ ਦੀ ਜ਼ਿਆਦਾ ਜ਼ਰੂਰਤ ਪੈਂਦੀ ਹੈ। ਇੱਕ ਭਗਤ ਬਾਣੀ ਦਾ ਸ਼ਬਦ ਤੇ ਉਹ ਭਗਤ ਦੇ ਨਾਮ ਆ ਜਾਏਗਾ ਆਖਰੀ ਪੰਕਤੀ ਵਿੱਚ, ਸਾਨੂੰ ਪਤਾ ਲੱਗ ਜਾਏਗਾ ਸ਼ਬਦ ਪੂਰਾ ਹੋ ਗਿਆ। ਪਰ ਜਿਹੜੇ ਸ਼ਬਦ ਸ਼ੰਤ ਨੇ ਜਾਂ ਅਸ਼ਟਪਦੀਆਂ ਨੇ, ਅਸ਼ਟਪਦੀ ਪੂਰੀ ਪੜ੍ਹਨੀ ਚਾਹੀਦੀ ਹੈ ਔਰ ਮੁੱਖ ਤੌਰ ਦੇ ਉੱਪਰ ਅਸ਼ਟਪਦੀ ਦੇ ਵੀ ਆਖਰੀ ਤੇ ਜਾ ਕੇ ਨਾਨਕ ਨਾਮ ਆਉਂਦਾ ਹੈ। ਪਰ ਜਿਹੜਾ ਸ਼ਬਦ ਸੂਈ ਰਾਗ ਦਾ ਮੁੱਖ ਵਾਕ ਰੂਪ ਵਿੱਚ ਆਉਂਦਾ 32 ਪੰਕਤੀਆਂ ਦਾ, ਉਹਦੇ ਹਰ 6ਵੀਂ ਪੰਕਤੀ ਤੇ ਨਾਨਕ ਨਾਮ ਆ ਜਾਂਦਾ। ਆਪਾਂ ਨੂੰ ਪੂਰਾ ਪੜ੍ਹਨਾ ਚਾਹੀਦਾ, ਜਿਵੇਂ ਵੀ ਗੁਰਮਤਿ ਸਿਧਾਂਤ ਦਾ ਵਿਚਾਰ ਹੈ ਮੁੱਖ ਵਾਕ ਦਾ ਸ਼ਬਦ ਪੂਰਾ ਹੋਣ ਦਾ। ਤੇ ਤਲੰਗ ਰਾਗ ਦਾ ਜਿਹੜਾ ਸ਼ਬਦ ਹੈ, ਜਿੱਥੇ 4 ਪੰਕਤੀਆਂ ਦੇ ਇੱਕ ਬੰਦ ਤੇ ਨਾਨਕ ਨਾਮ ਆ ਜਾਂਦਾ ਹੈ ਤੇ 4 ਬੰਦ ਨੇ, ਸ਼ਬਦ ਪੂਰਾ ਪੜ੍ਹਨਾ ਚਾਹੀਦਾ ਹੈ। ਇਸ ਢੰਗ ਦੇ ਨਾਲ ਮੁੱਖ ਵਾਕ ਲੈਣ ਦੀ ਮਰਿਆਦਾ ਜੋ ਹੈ ਉਹ ਇਵੇਂ ਸਾਨੂੰ ਨਿਭਾਉਣੀ ਚਾਹੀਦੀ ਹੈ। ਫਿਰ ਵੀ ਕਦੀ ਕਿਸੇ ਤਰ੍ਹਾਂ ਦਾ ਕੋਈ ਵਿਚਾਰ ਹੋਵੇ ਤੇ ਦਾਸ ਹਰ ਸਮੇਂ ਹਾਜ਼ਰ ਹੈ। ਜਿੰਨੀ ਕੁ ਸੇਵਾ, ਜਿੰਨੀ ਕੁ ਮਤ ਬੁੱਧ ਸਤਿਗੁਰੂ ਪਾਤਸ਼ਾਹ ਨੇ ਬਖਸ਼ੀ ਹੈ, ਦਾਸ ਸੰਗਤ ਦੇ ਨਾਲ ਸਾਂਝੀ ਕਰ ਸਕਦਾ ਹੈ। ਫਿਰ ਇੱਕ ਵਾਰੀ ਦੁਹਰਾ ਦਿਆਂ, ਹੁਕਮ ਲੈਣ ਲੱਗਿਆਂ ਖੱਬੇ ਪੰਨੇ ਦੇ ਉਤਲੇ ਪਾਸਿਓਂ ਪਹਿਲਾ ਸ਼ਬਦ ਜੋ ਜਾਰੀ ਹੈ, ਮੁੱਢ ਤੋਂ ਪੜ੍ਹਨਾ ਚਾਹੀਏ। ਜੇ ਉਸ ਸ਼ਬਦ ਦਾ ਮੁੱਢ ਪਿਛਲੇ ਪੰਨੇ ਤੋਂ ਸ਼ੁਰੂ ਹੁੰਦਾ ਹੈ ਤਾਂ ਪੱਤਰਾ ਪਰਤ ਕੇ ਪੜ੍ਹਨਾ ਸ਼ੁਰੂ ਕਰੋ ਅਤੇ ਸ਼ਬਦ ਸਾਰਾ ਪੜ੍ਹੋ। ਜੇ ਵਾਰ ਹੋਵੇ ਤਾਂ ਪੌੜੀ ਦੇ ਸਾਰੇ ਸ਼ਲੋਕ ਤੇ ਪੌੜੀ ਪੜ੍ਹਨੀ ਚਾਹੀਏ। ਸ਼ਬਦ ਦੇ ਅੰਤ ਵਿੱਚ ਜਿੱਥੇ ਨਾਨਕ ਨਾਮ ਆ ਜਾਵੇ, ਉਸ ਤੁਕ ਤੇ ਭੋਗ ਪਾਇਆ ਜਾਵੇ। ਇਹ ਮੁੱਖ ਵਾਕ ਹੁਕਮਨਾਮਾ ਲੈਣ ਦਾ ਤਰੀਕਾ ਹੈ। ਇੱਥੇ ਬੇਨਤੀ ਕਰਾਂ, ਜਿਹੜਾ ਮੁੱਖ ਵਾਕ ਇੱਕ ਵਾਰੀ ਆ ਜਾਵੇ ਨਾ, ਸਾਨੂੰ ਉਹ ਹੀ ਲੈਣਾ ਚਾਹੀਦਾ ਹੈ। ਇੱਥੇ ਤੇ ਇਹ ਵੀ ਪ੍ਰਚਲਿਤ ਕੀਤਾ ਗਿਆ, ਮੈਂ ਕਿਸੇ ਕਈ ਜਾਂਦੇ ਵੱਡੇ ਮਹਾਂਪੁਰਖਾਂ ਦਾ ਕਦੇ ਜੀਵਨ ਪੜ੍ਹਿਆ ਸੀ ਬਹੁਤ ਸਾਲ ਪਹਿਲਾਂ, ਚਮਤਕਾਰ ਕਰਕੇ ਉਹਨਾਂ ਪੁਸਤਕਾਂ ਦੇ ਨਾਮ ਨੇ। ਉੱਥੇ ਉਹਨਾਂ ਬਕਾਇਦਾ ਮਹਾਂਪੁਰਖ ਜਿਨ੍ਹਾਂ ਨੂੰ ਬਹੁਤ ਵੱਡੇ ਕਿਹਾ ਜਾਂਦਾ ਹੈ, ਤੇ ਉਹਨਾਂ ਨੇ ਬਕਾਇਦਾ ਉਹਨਾਂ ਦੇ ਜੀਵਨ ਵਿੱਚੋਂ ਗੱਲ ਲਿਖੀ ਵੀ ਮਹਾਂਪੁਰਖਾਂ ਨੇ ਕਿਹਾ ਵੀ ਜੇ ਸ਼ਬਦ ਹੁਕਮਨਾਮਾ ਕਰੜਾ ਆ ਜਾਵੇ ਨਾ, ਕਰੜਾ, ਤੇ ਉਹ ਮਹਾਰਾਜ ਨੂੰ ਬੇਨਤੀ ਕਰਨੀ ਚਾਹੀਦੀ ਹੈ ਬੜੀ ਨਿਮਰਤਾ ਨਾਲ ਕਿ ਸੱਚੇ ਪਾਤਸ਼ਾਹ ਮੈਂ ਔਗੁਣਹਾਰਾ ਹਾਂ, ਮੈਂ ਬਹੁਤ ਕਮਜ਼ੋਰ ਹਾਂ ਤੇ ਕਿਰਪਾ ਕਰੋ, ਹੋਰ ਮੁੱਖ ਵਾਕ ਬਖਸ਼ੋ। ਤੇ ਫਿਰ ਪੱਤਰੇ ਹੋਰ ਉੱਪਰ ਚੁੱਕ ਕੇ ਉਹਨਾਂ ਨੂੰ ਏਦਾਂ ਕਰਕੇ ਗੁਰੂ ਸਾਹਿਬ ਦੇ ਸਰੂਪ ਨੂੰ ਤੇ ਫਿਰ ਦੂਜਾ ਮੁੱਖ ਵਾਕ ਲੈਣਾ ਚਾਹੀਦਾ। ਤੇ ਜੇ ਇਸ ਤਰ੍ਹਾਂ ਫਿਰ ਕੋਈ ਕਰੜਾ ਮੁੱਖ ਵਾਕ ਆ ਜਾਵੇ, ਫਿਰ ਮਹਾਰਾਜ ਨੂੰ ਬੜੀ ਅਧੀਨਗੀ ਨਾਲ ਤਰਲਾ ਲੈ ਕੇ ਬੇਨਤੀ ਕਰਨੀ ਚਾਹੀਦੀ ਹੈ ਕਿ ਮਹਾਰਾਜ ਜੀ ਇਹ ਕਰੜਾ ਹੁਕਮ ਹੈ, ਮੈਂ ਇੰਨੇ ਜੋਗਾ ਨਹੀਂ ਤੇ ਤੁਸੀਂ ਕਿਰਪਾ ਕਰੋ। ਵੇਖੋ, ਬੇਨਤੀ ਕਰਾਂ, ਜਿਹੜੀ ਗੱਲ ਮਰਿਆਦਾ ਦੀ ਹੈ ਨਾ, ਉਹਨੂੰ ਆਪਾਂ ਨੂੰ ਸਮਝਣਾ ਚਾਹੀਦਾ ਹੈ। ਇਹ ਭਾਵੇਂ ਕਿੰਨੀ ਵੀ ਨਿਮਰਤਾ ਨਾਲ ਗੱਲ ਕਹੀ ਜਾਂਦੀ ਹੋਵੇ, ਕਈ ਵਾਰੀ ਨਾ ਜ਼ਹਿਰ ਦੇਣਾ ਹੋਵੇ ਨਾ ਕਿਸੇ ਨੂੰ, ਤੇ ਕੌੜਾ ਜ਼ਹਿਰ ਬੰਦਾ ਖਾਂਦਾ ਨਹੀਂ, ਤੇ ਉਹਨੂੰ ਖੰਡ ਦਾ ਲੇਪਨ ਕਰਕੇ ਦੇ ਦਿਓ ਤੇ ਬੰਦਾ ਖਾ ਜਾਏਗਾ ਵੀ ਖੰਡ ਹੈ, ਮਿੱਠੀ ਹੈ। ਤੇ ਜਿਹੜੀ ਇਹ ਢੰਗ ਦੀ ਨਿਮਰਤਾ ਜਿਹੜੀ ਸਿਧਾਂਤ ਨੂੰ ਤੋੜਦੀ ਹੈ ਨਾ, ਇਹ ਖੰਡ 'ਚ ਲਪੇਟ ਕੇ ਜ਼ਹਿਰ ਦੇਣ ਵਾਲੀ ਕਹਾਣੀ ਹੈ। ਬੇਨਤੀ ਕਰਾਂ, ਤੇ ਮੁੱਖ ਵਾਕ ਜਿਹੜਾ ਵੀ ਆਇਆ ਉਹੀ ਸਾਨੂੰ ਬਿਲਕੁਲ ਇੱਕੋ ਸਿਧਾਂਤ ਹੈ, ਕਿਸੇ ਸਮੇਂ ਦਾ ਸਥਾਨ ਦਾ ਕੋਈ ਪ੍ਰਭਾਵ ਨਹੀਂ ਹੋਣਾ ਚਾਹੀਦਾ। ਵੀ ਖੱਬੇ ਪਾਸਿਓਂ ਪਹਿਲਾ ਸ਼ਬਦ ਜੇ ਉੱਪਰੋਂ ਸ਼ੁਰੂ ਹੁੰਦਾ ਹੈ ਉੱਪਰੋਂ ਕਰਨਾ ਚਾਹੀਦਾ, ਜੇ ਪਿੱਛੋਂ ਸ਼ੁਰੂ ਹੁੰਦਾ ਪੱਤਰਾ ਪਰਤ ਕੇ ਪਿੱਛੋਂ ਸ਼ੁਰੂ ਕਰਕੇ, ਤੇ ਸਾਨੂੰ ਇਸ ਢੰਗ ਨਾਲ ਮੁੱਖ ਵਾਕ ਲੈਣਾ ਚਾਹੀਦਾ। ਔਰ ਆਪ ਸੰਗਤ ਦੀ ਜਾਣਕਾਰੀ ਲਈ ਬੇਨਤੀ ਕਰਾਂ ਕਿ ਭਾਵੇਂ ਬੱਚੇ ਦਾ ਜਨਮ ਦਿਨ ਹੋਵੇ ਤੇ ਜੇ ਸੋਰਠ ਰਾਗ ਦਾ 9ਵੇਂ ਮਹੱਲੇ ਦਾ ਸ਼ਬਦ ਆ ਜਾਵੇ, ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮਾਰਨਾ,
ਤੇ ਜਿਹੜੇ ਅਧੂਰੀ ਜਾਣਕਾਰੀ ਰੱਖਦੇ ਨੇ ਉਹਨਾਂ ਦਾ ਵੀ ਇਹ ਸ਼ਬਦ ਜਿਹੜਾ ਹੈ ਵਿਰਾਗ ਦਾ ਹੈ, ਇਹ ਤਾਂ ਮਿਰਤਕ ਦੇ ਭੋਗ ਤੇ ਲੈਣਾ ਚਾਹੀਦਾ ਹੈ। ਇਹ ਇਸ ਨਹੀਂ, ਗੁਰੂ ਕਾ ਸ਼ਬਦ ਹੈ, ਉਹਨੂੰ ਸਿਰ ਮੱਥੇ ਮੰਨ ਕੇ, ਕਿਉਂਕਿ ਅਸੀਂ ਹੁਕਮੀ ਸੇਵਕ ਬਣਨਾ ਹੈ। ਜੇ ਗੁਰੂ ਨੇ ਮੁਖਵਾਕ ਜਿਹੜਾ ਸ਼ਬਦ ਦਿੱਤਾ ਹੈ, ਅਸੀਂ ਕਹੀਏ ਵੀ ਪਾਤਸ਼ਾਹ ਸਖਤ ਹੈ, ਇਹ ਨਹੀਂ ਸਾਨੂੰ ਹੋਰ ਬਖਸ਼ੋ, ਉਹ ਤੇ ਉਹ ਗੱਲ ਹੋ ਜਾਏਗੀ ਵੀ ਸਲਾਮ ਜਵਾਬ ਦੋਵੇਂ ਕਰੇ, ਮੁੱਢੋਂ ਘੁੱਥਾ ਜਾਏ, ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ। ਇਹ ਗੁਰੂ ਸਾਹਿਬ ਜਿਹੜਾ ਤੁਸੀਂ ਹੁਕਮ ਕਰ ਰਹੇ ਜੋ ਨਾ, ਇਹ ਮੇਰੇ ਹਿਸਾਬ ਨਾਲ ਫਿੱਟ ਨਹੀਂ ਬੈਠਦਾ, ਤੇ ਤੁਸੀਂ ਇਹਨੂੰ ਵਾਪਸ ਲੈ ਕੇ ਮੈਨੂੰ ਦੂਜਾ ਦਿਓ। ਇਹ ਤੋਂ ਬਹੁਤ ਸਾਰੇ ਸਿੱਖੀ ਦੀ ਗਿਰਾਵਟ ਪੈਦਾ ਹੋ ਜਾਂਦੀ ਹੈ। ਫਿਰ ਜਿਹੜੇ ਕੁਝ ਜ਼ੋਰਦਾਰ ਲੋਕ ਨੇ ਉਹ ਸੁਣਨਾ ਹੀ ਖੁਸ਼ੀ ਵਾਲੇ ਮੁਖਵਾਕ ਚਾਹੁੰਦੇ ਨੇ ਵੀ ਗੁਰ ਪੂਰੇ ਕਿਰਪਾ ਧਾਰੀ ਪੜਿਆ ਕਰੋ ਜਦੋਂ ਸਾਡਾ ਪ੍ਰੋਗਰਾਮ ਹੁੰਦਾ ਹੈ। ਤੇ ਮਾਫ ਕਰਨਾ, ਸਤਿਗੁਰੂ ਪਾਤਸ਼ਾਹ ਮਿਹਰ ਕਰੇ, ਗੁਰੂ ਕਾ ਸ਼ਬਦ ਹੈ, ਜਿਹੜਾ ਵੀ ਮੁਖਵਾਕ ਰੂਪ ਵਿੱਚ ਆਵੇ ਸਾਨੂੰ ਪੜ੍ਹਨਾ ਚਾਹੀਦਾ ਹੈ। ਜੇ ਮੁਖਵਾਕ ਹੁਣ ਕਾਲੀ ਮੁਖਵਾਕ ਸੀ, ਕਾਚਾ ਧਨ ਸੰਚਾ ਮੂਰਖ ਗਵਾਰ, ਮਨਮੁਖ ਭੁੱਲੇ ਅੰਧ ਗਵਾਰ, ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਪਰ ਉਹਦੀ ਰਹਾਉ ਦੀ ਪੰਕਤੀ ਤੇ ਪੜ੍ਹ ਲਈਏ ਵੀ ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਕੋਨੇ ਆਵੇ ਜਾਏ। ਗੁਰੂ ਸਾਹਿਬ ਤੇ ਸਾਨੂੰ ਸਮਝਾਉਣਾ ਚਾਹੁੰਦੇ ਨੇ ਵੀ ਭਲਿਆ ਸੱਚਾ ਧਨ ਇਕੱਠਾ ਕਰ, ਨਾਮ ਦਾ ਗੁਣਾਂ ਦਾ ਧਨ ਇਕੱਠਾ ਕਰ। ਤੇ ਜੇ ਸਿੱਖ ਕਵੇ ਕਿ ਸਤਿਗੁਰੂ ਜੀ ਇਹ ਕਾਚੇ ਧਨ ਵਾਲਾ ਮੁਖਵਾਕ ਜਿਹੜਾ ਹੈ ਕਿਰਪਾ ਕਰੋ, ਇਹ ਕਰੜਾ ਹੈ, ਤੇ ਫਿਰ ਮਤਲਬ ਗੁਰੂ ਦਾ ਹੁਕਮਨਾਮਾ ਨਹੀਂ ਰਹਿ ਜਾਏਗਾ, ਫਿਰ ਸਾਡੀ ਮਰਜ਼ੀ ਦਾ ਹੋ ਜਾਏਗਾ। ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਜਿਹੜਾ ਵੀ ਮੁਖਵਾਕ ਗੁਰੂ ਸਾਹਿਬ ਦਾ ਆਇਆ ਸਾਨੂੰ ਉਹ ਹੀ ਪੜ੍ਹਨਾ ਚਾਹੀਦਾ ਹੈ। ਸੋ ਆਓ ਅਗਲਾ ਨੰਬਰ ਹੈ ਕੱਕਾ, ਦੀਵਾਨ ਦੀ ਸਮਾਪਤੀ ਜਾਂ ਭੋਗ ਦਾ ਅਰਦਾਸਾ ਹੋ ਕੇ ਅੰਤਮ ਹੁਕਮ ਲਿਆ ਜਾਵੇ। ਹੁਕਮਨਾਮਾ ਲੈਣ ਦਾ ਜੋ ਤਰੀਕਾ ਹੈ ਉਹ ਆਪਾਂ ਉੱਪਰ ਵਿਚਾਰ ਕੀਤੀ ਹੈ। ਦੀਵਾਨ ਦੀ ਸਮਾਪਤੀ ਤੇ ਜਾਂ ਭੋਗ ਦਾ ਅਰਦਾਸਾ ਹੋ ਕੇ, ਜਿਵੇਂ ਪਾਠ ਦਾ ਭੋਗ ਪਿਆ, ਦੀਵਾਨ ਦੀ ਸਮਾਪਤੀ ਹੋਈ ਹੈ, ਜਿਵੇਂ ਆਪਾਂ ਸਮਾਪਤੀ ਤੇ ਮੁਖਵਾਕ ਹੁਕਮਨਾਮਾ ਲੈਂਦੇ ਆ, ਇਹ ਤਰੀਕਾ ਮੁਖਵਾਕ ਲੈਣ ਦਾ। ਆਮ ਕਰਕੇ ਗੁਰਦੁਆਰੇ ਦੇ ਵਿੱਚ ਕੀਰਤਨ, ਕਥਾ, ਅਰਦਾਸ ਤੇ ਉਸ ਤੋਂ ਬਾਅਦ ਦੇ ਵਿੱਚ ਹੁਕਮਨਾਮਾ ਲਿਆ ਜਾਂਦਾ ਹੈ। ਇਸ ਢੰਗ ਨਾਲ ਸਾਨੂੰ ਗੁਰਮਤਿ ਅਨੁਸਾਰੀ ਹੋ ਕੇ ਹੁਕਮਨਾਮਾ ਜਿਹੜਾ ਲੈਣਾ ਚਾਹੀਦਾ ਹੈ, ਨਾ ਕਿ ਆਪਣੀ ਮਨ ਦੀ ਮੱਤ ਦੇ ਮੁਤਾਬਕ ਆਪਾਂ ਨੂੰ ਵਿਚਰਨਾ ਚਾਹੀਦਾ ਹੈ। ਗੁਰੂ ਪਾਤਸ਼ਾਹ ਮਿਹਰ ਕਰੇ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।